ਜਲੰਧਾ ਰਾਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤੇ ਲਿਹੋ ਬਾਰ। ਸਤਿਗੁਰ ਸੁਖ ਖਾਲਿਆ, ਸੱਚਾ ਸਭ ਵਿਚਾਰ, ਨਾਨਕ ਕੇਵਲ ਨ ਸੂਝਈ, ਹਰ ਬਿਨ ਬਖਸ਼ਣਹਾਰ। ਅੱਗੇ ਸਮਝ ਚਲੋ ਨੰਦ ਲਾਲਾ ਜੀ, ਅੱਗੇ ਸਮਝ ਚਲੋ ਨੰਦ ਲਾਲਾ ਜੀ। ਅੱਗੇ ਸਮਝ ਚਲੋ, ਅੱਗੇ ਸਮਝ ਚਲੋ, ਅੱਗੇ ਸਮਝ ਚਲੋ, ਅੱਗੇ ਸਮਝ ਚਲੋ। ਅੱਗੇ ਸਮਝ ਚਲੋ ਨੰਦ ਲਾਲਾ ਜੀ। ਬਸ ਜੋ ਬੀਤੀ ਸੋ ਬੀਤ ਗਈ, ਵਿੱਚ ਜੋ ਬੀਤੀ ਸੋ ਬੀਤ ਗਈ। ਬਸ ਜੋ ਬੀਤੀ ਸੋ ਬੀਤ ਗਈ। ਜੋ ਬੀਤੀ ਸੋ ਬੀਤ ਗਈ, ਬਸ ਜੋ ਬੀਤੀ ਸੋ ਬੀਤ ਗਈ। ਸਮਝ ਚਲੋ ਨੰਦ ਲਾਲਾ, ਅੱਗੇ ਸਮਝ ਚਲੋ ਨੰਦ ਲਾਲਾ ਜੀ।
ਖਾਲਸਾ ਸਾਧ ਸੰਗਤ। ਅੱਜ ਜਿਤਨੇ ਵੀ ਆਪ ਮਾਈ ਭਾਈ ਬੱਚੇ ਬਜ਼ੁਰਗ ਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹੋ, ਬਹੁਤ ਸਮੇਂ ਤੋਂ ਹਜ਼ੂਰ ਦੀ ਨਿੱਘੀ ਤੇ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਉਹ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਰੌਣਕਾਂ ਜੋ ਦੁਰਲੱਭ ਹੈ ਦੇਵਤਿਆਂ ਨੂੰ। ਦੇਵਤਾ ਚਾਹੁੰਦੇ ਹਨ ਉਹਨਾਂ ਕਰਕੇ ਜਿਹੜੇ ਸਕਾਮ ਪੁੰਨ ਕਰਦੇ ਹਨ, ਉਹ ਬੈਕੁੰਠ ਦੀ ਇੱਛਾ ਲੈ ਕੇ ਉਹਨਾਂ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਜਾਂਦੇ ਹਨ। ਦੇਵਤਿਆਂ ਦੇ ਸਾਲ ਵੱਡੇ ਹੁੰਦੇ ਹਨ ਆਪਣੇ ਸਾਲਾਂ ਨਾਲੋਂ। ਸਾਲ ਬਾਅਦ ਇੱਕ ਫੁੱਲ ਸੁੱਕ ਜਾਂਦਾ ਹੈ, ਹੌਲੀ ਹੌਲੀ ਸਾਲ ਬਾਅਦ ਫਿਰ ਇੱਕ ਸੁੱਕ ਗਿਆ ਜਾਂ ਸਾਰੇ ਸੁੱਕ ਜਾਂਦੇ ਹਨ। ਫਿਰ ਦੁਬਾਰਾ ਮਾਤਲੋਕ ਦੀ ਧਰਤੀ ਤੇ ਭੇਜੇ ਜਾਂਦੇ ਹਨ। ਇਹ ਨਹੀਂ ਪਤਾ ਪਰਮਾਤਮਾ ਕਿਹੜੀ ਜੂਨੀ ਵਿੱਚ ਸੁੱਟ ਦੇਵੇ ਉਹਨਾਂ ਨੂੰ, ਕਿੱਧਰ ਭਟਕਣਾ। ਪਰ ਜਿਹੜਾ ਸੁੱਖ ਸਤਸੰਗ ਦੇ ਵਿੱਚੋਂ ਪ੍ਰਾਪਤ ਹੋਣਾ ਇਹ ਦੇਵਤਿਆਂ ਦੁਰਲੱਭ ਹੈ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਤੇ ਭਗਤੀ ਕੀਤੀ ਜਾਵੇ ਤਾਂ ਇਹ ਮਾਨਸ ਦੇਹੀ ਪਾਈ ਦੁਰਲੱਭ ਹੈ। ਦੁਰਲੱਭ ਤੇ ਪਾਈ ਵਡ ਭਾਗੀ, ਨਾਮ ਨਾ ਜਪੇ ਆਤਮ ਘਾਤੀ। ਬਹੁਤ ਪਿਛਲੇ ਜਨਮ ਦਾ ਪੁੰਨ ਹੋਵੇ, ਤਪ ਕੀਤਾ, ਸੇਵਾ ਕੀਤੀ ਹੋਵੇ ਤਾਂ ਕਿਤੇ 84 ਲੱਖ ਜੂਨ ਵਿੱਚ ਭਟਕਦਿਆਂ ਇਹ ਮਨੁੱਖਾ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਵੀਰ ਜੀ ਕਹਿੰਦੇ ਹਨ, ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਐ ਰਾਮ, ਇਹੋ ਜਿਹੇ ਪਤਾ ਨਹੀਂ ਕਿਤਨੇ ਘਰ ਵਸਾਏ, ਕਦੇ ਕੁੱਤਿਆਂ ਦੇ ਸਰੀਰ ਦੇ ਵਿੱਚ ਆ ਗਏ, ਕਦੇ ਬਘਿਆੜਾਂ ਦੇ, ਸੱਪਾਂ ਦੇ, ਚੂਹਿਆਂ ਦੇ। ਭਟਕਦਿਆਂ ਨੂੰ ਇਹ ਅਨੋਖਾ ਜਨਮ ਪ੍ਰਾਪਤ ਹੋਇਆ ਹੈ। ਹੁਣ ਕਿਤੇ ਵਿਅਰਥ ਨਾ ਚਲਿਆ ਜਾਵੇ, ਤੁਮਰੀ ਕਿਰਪਾ ਤੇ ਮਾਨਸ ਦੇ ਪਾਈ ਹੈ। ਦੇਹੋ ਦਰਸਾ ਰਾਇਆ, ਤਾਂ ਤੇ ਉਹ ਪਿਛਲੀ ਲਾਂਘੀ ਉਹਦਾ ਹੱਥ ਨਹੀਂ ਆਉਣੀ। ਫਿਰ ਪਛਤਾਵਾ ਕਰਨਾ ਇਹ ਪਾਗਲਾਂ ਦਾ ਕੰਮ ਹੈ। ਕਿਉਂਕਿ ਲਾਂਘੀ ਜਿਹੜੀ ਉਹ ਤਾਂ ਲਾਂਘੀ ਹੱਥ ਆਉਣੀ ਨਹੀਂ। ਮਾੜੀ ਲਾਂਘੀ ਚੰਗੀ ਲਾਂਘੀ, ਅਗਲੀ ਦਾ ਪਤਾ ਕੋਈ ਨਹੀਂ, ਜਿਹੋ ਜਿਹੀ ਆਊਗੀ ਉਹ ਲੰਘ ਜਾਣੀ ਆ। ਬਹੁਤੀ ਦੁਨੀਆ ਪਾਗਲ ਹੈ, ਦੱਸਦੇ ਸੀ ਹਸਪਤਾਲ ਦੇ ਡਾਕਟਰ। ਤੇ ਤੁਸੀਂ ਉਹਨਾਂ ਨੂੰ ਪਾਗਲ ਨਾ ਸਮਝੋ ਜਿਨ੍ਹਾਂ ਦੇ ਜਿੰਦੇ ਲੱਗੇ ਹੋਏ ਹਨ, ਹੱਥਕੜੀਆਂ ਬੰਨੇ ਹੋਏ ਹਨ। ਸੈਂਕੜਿਆਂ ਵਿੱਚੋਂ ਇੱਕ ਆਦਮੀ ਤੰਦਰੁਸਤ ਹੈ, ਬਾਕੀ ਸਾਰੇ ਹੀ ਪਾਗਲ ਹਨ। ਆ ਜਿਹੜੇ ਘੰਟਾ ਪੱਗ ਲਾ ਲਈ, ਕਦੇ ਢਾਲੀ, ਫਿਰ ਵੀ ਸ਼ਾਦੀ ਕੇ ਬੰਨੀ ਗਏ। ਦਾੜੀ ਕਦੇ ਖੋਲ ਲਈ, ਕਦੇ ਵਾਹ ਲਈ, ਕਦੇ ਮੁੱਛਾਂ ਤੇ ਹੱਥ ਫੇਰੀ ਗਏ, ਕਦੇ ਕਿਤੇ ਹੱਥ ਫੇਰੀ ਗਏ। ਇਹ ਸਾਰੇ ਪਾਗਲਾਂ ਵਿੱਚ ਹੀ ਦਰਜ ਹਨ। ਪੰਜਾਬੀ ਦੇ ਕਹਿੰਦੇ ਹੱਥ ਜਿਹੜੇ ਆ ਉਹ ਚੱਲ ਨਹੀਂ ਰਹਿੰਦੇ। ਆਪਣੇ ਆਪ ਚੰਗੀ ਭਲੀ ਮਸ਼ੀਨਰੀ ਚੱਲਦੇ ਨੂੰ ਆਪੇ ਮਕੈਨਿਕੀ ਕਰਕੇ ਵਿਗਾੜ ਲੈਂਦਾ ਹੈ। ਅੰਗਰੇਜ਼ ਦਾ ਕਹਿੰਦੇ ਪੈਰ ਨਹੀਂ ਟਿਕਦਾ, ਉਹਨੇ ਠੁੱਡਾ ਜ਼ਰੂਰ ਮਾਰਨਾ, ਚਾਹੇ ਰੋੜੇ ਨੂੰ ਮਾਰੇ, ਕਿਉਂਕਿ ਮਾਰਨ ਦਾ ਸੁਭਾਅ ਪੱਕਿਆ ਹੋਇਆ। ਪੰਜਾਬੀ ਦਾ ਹੱਥ ਨਹੀਂ ਟਿਕਦਾ, ਚਾਹੇ ਚੰਗੀ ਭਲੀ ਚੀਜ਼ ਖਰਾਬ ਕਰ ਹੀ ਲੈਣੀ ਉਹਨੇ। ਵੀ ਸਿੱਖ ਲਈ ਇਹਦੇ ਵਿੱਚ ਕੀ ਕੁਛ ਪਿਆ, ਕਿਵੇਂ ਚੱਲਦੀ, ਕੀ ਕੁਛ ਇਹਦੇ ਵਿੱਚ ਖਰਾਬ ਕਰ ਦੇਣੀ ਆ। ਕਿਉਂ ਹੱਥ ਨਹੀਂ ਟਿਕਦੇ। ਹੱਥਾਂ ਡੋਰ ਮੁਖਾਇਓ ਤੁੰਬੋਰ, ਮਰਤੀ ਵਾਰ ਕਸ ਬੰਦੇ ਚੋਰ। ਜੇ ਹੋਰ ਨਹੀਂ ਕੁਛ ਤੇ ਹੱਥਾਂ ਤੇ ਬਾਜ ਬਿਠਾਈ ਰੱਖਣੇ ਹਨ, ਪਰ ਮਰਨ ਵੇਲੇ ਕੱਸ ਕੇ ਚੋਰਾਂ ਨੇ, ਜਮਦੂਤਾਂ ਨੇ ਇਹਨੂੰ ਬੰਨ੍ਹ ਕੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਕਰ ਚਲਾਇਆ। ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏਂਦਾ,
आपे दे वड़ियाइयां आपे ही कर्म कराएंदा। बड़ो वड्डा मन मेदनी सिरे सिर धंधे लाएंदा। दर मंगन भिख ना पाएंदा। परमात्मा की निगाह उल्ट हो जाए बादशाह नूं कंगाल, कंगालां नूं बादशाह रुलदे फिरदे हन छिन मातर दे विच। गुरु अमरदास सच्चे पातशाह दे पिता तो छोटी उम्र छाया उठ गया। पिता चढ़ाई करके कली माता रही। घुंगणियां वेचदे गरीब घर दा बच्चा, ਜਿਹੜੀ ਆਮਦਨ ਹੁੰਦੀ ਉਸ ਦਿਨ ਲੈ ਕੇ ਫਿਰ ਘੁੰਗਣੀਆਂ ਭੁੰਨ ਕੇ ਛੋਲਿਆਂ ਨੂੰ ਭੁੰਨ ਕੇ, ਜਿਹਨਾਂ ਨੂੰ ਛੋਲੇ ਭਟੂਰੇ ਕਹਿੰਦੇ ਹਨ, ਉਹ ਮਾਤਾ ਭੁੰਨ ਕੇ ਤੋੜਨੀ ਸ਼ਹਿਰ ਵਿੱਚ ਵੇਚ ਦਿੰਦੀ ਵੀ ਇੰਨੀ ਦੇਣੇ ਇੰਨੇ ਰੁਪਈਏ ਦੇ। ਇਸ ਤਰ੍ਹਾਂ ਆਪਣਾ ਸਮਾਂ ਬਤੀਤ ਕਰਦੇ। ਪਰ ਕਰਮ ਜਾਗੇ ਇੱਕ ਸੰਗਤ ਆ ਰਹੀ ਆ ਲਹਿੰਦੇ ਦੇਸ਼ ਵਿੱਚੋਂ, ਪੱਛਮ ਦੇਸ਼ ਵਿੱਚੋਂ। ਉਹ ਕੁਛ ਪੜ੍ਹਦੇ ਆ ਰਹੇ ਹਨ ਤੇ ਗੱਲਾਂ ਕਰਦੇ ਨਹੀਂ ਆਉਂਦੇ ਫਲਾਣੀ ਚੁਗਲੀ, ਕਦੇ ਫਲਾਣੀ ਚੁਗਲੀ। ਜਦ ਆਉਂਦੇ ਹਨ ਤੁਰ ਤੋਂ ਤਾਂ ਗੁਰਬਾਣੀ ਦੇ ਸਭ ਟੋਲੀਆਂ ਵਿੱਚ ਬੰਨ੍ਹ ਕੇ ਪੜ੍ਹਦੇ ਆਉਂਦੇ ਹਨ। ਉਹ ਕੀ ਕਹਿੰਦੇ ਹਨ, ਤੁਸੀਂ ਵੀ ਥੋੜ੍ਹਾ ਜਿਹਾ ਪਿਆਰ ਨਾਲ ਪੜ੍ਹ ਲਓ। ਜਿਤ ਦਰਸ਼ਨ ਕਰਨਾ ਤੇਰਾ, ਸੋਈ ਵੇਲਾ ਧਨ ਹੈ ਗੁਰਾ। ਦਰਸ਼ਨ ਕਰਨਾ ਤੇਰਾ, ਸੋਈ ਵੇਲਾ ਧਨ ਹੈ ਗੁਰਾ। ਹਾਂਜੀ ਦਰਸ਼ਨ ਕਰਨਾ ਤੇਰਾ, ਕਰਨਾ ਤੇਰਾ, ਕੋਈ ਲਤਨ ਹੈ। ਜਿਸ ਦਰਸ਼ਨ ਕਰਨਾ, ਕੋਈ ਲਤਨ ਹੈ ਗੁਰਾ। ਜੁੱਤੀਆਂ ਦੇ ਵਿੱਚ ਸੰਗਤ ਸਬਦ ਪੜ੍ਹਦੀ ਆਉਂਦੀ। ਧੰਨ ਸੋਇਲਾ ਜੀ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀ ਕੇ ਦਾਤੇ ਪ੍ਰੀਤਮ ਭਰਾ ਮੇਰੇ, ਦੇਹੋ ਨਾਮ ਕਰ ਆਪਣੇ ਜੇਰੇ। ਆਪਣੀ ਸ਼ਰਨ ਰਾਹ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਮਿਰਲੇ ਜਾਤੇ। ਕਿਸੇ ਮਸਤੀ ਵਿੱਚ ਰੰਗਦੇ ਝੂਮਦੇ ਹੋਏ ਇੱਕ ਮੂਹਰੇ, ਬਾਕੀ ਸਾਰੀ ਸੰਗਤ ਮਗਰ ਬੋਲਦੀ ਆਉਂਦੀ ਹੈ। ਜਿੱਥੇ ਘੁੰਗਣੀਆਂ ਵੇਚਦਾ ਸੀ ਇਹ ਛੋਟਾ ਜਿਹਾ ਬੱਚਾ 10-12 ਸਾਲ ਦਾ, ਪੁੱਛਦਾ ਬਈ ਤੁਸੀਂ ਕਿੱਥੇ ਨੂੰ ਜਾ ਰਹੇ ਹੋ, ਕਿੱਧਰੋਂ ਆਏ ਹੋ? ਕਹਿਣ ਲੱਗੇ ਅਸੀਂ ਪੱਛਮ ਦੇਸ਼ ਦੇ ਇਲਾਕੇ ਵਿੱਚੋਂ ਆਏ, ਲਹਿੰਦੀ ਸੰਗਤ ਆ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਣਾਇਓ। ਵੇਦਾਂ ਦੇ ਅਵਤਾਰ ਭੱਟਾ ਨੇ ਗੋਬਿੰਦਵਾਲ ਦੀ ਉਸਤੀ ਲਿਖੀ ਹੈ। ਜਲਨ ਜੀ ਕਹਿੰਦੇ ਹਨ ਗੋਬਿੰਦਵਾਲ ਨੂੰ ਗੋਬਿੰਦਪੁਰੀ ਸਮਾਨ, ਬੈਕੁੰਠ ਧਾਮ ਦੇ ਸਮਾਨ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇਹ ਸ਼ਹਿਰ ਵਸਾਇਆ। ਉੱਥੇ ਗੁਰੂ ਅਮਰਦਾਸ ਗੁਰੂ ਨਾਨਕ ਦਾ ਤੀਸਰਾ ਸਰੂਪ, ਜਿਨ੍ਹਾਂ ਨੇ ਤਾਰੇ ਗਨੇ ਜਾਤ ਹਨ, ਤਾਰੇ ਗਨੇ ਜਾਤ ਹੈ, ਉੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਬੜੇ ਜ਼ੋਰ ਸ਼ੋਰ ਦੀ ਸਿੱਖੀ ਦਾ ਪ੍ਰਚਾਰ ਹੋ ਰਿਹਾ। 22 ਮੰਝੀਆਂ ਇਲਾਕਿਆਂ ਵਿੱਚ ਬਖਸ਼ੀਆਂ ਗੁਰਸਿੱਖਾਂ ਨੂੰ ਪ੍ਰਚਾਰ ਵਾਸਤੇ, ਕਿਉਂ ਦੇਖਦੇ 22 ਸੂਬੇ ਸਨ। ਇੱਕ ਸੂਬੇ ਦੇ ਵਿੱਚ ਇੱਕ ਗੁਰਸਿੱਖ ਨੂੰ ਸਾਤਾਂ ਦੇ ਕੇ ਨਾਮ ਜਪਣ ਦਾ ਹੁਕਮ, ਤੂੰ ਨਾਮ ਦਾ ਉਪਦੇਸ਼ ਦੇਣਾ ਹੈ। ਸਾਲ 6 ਮਹੀਨੇ ਬਾਅਦ ਦਸਵੰਧ ਦੀ ਮਾਇਆ ਕਢਾਉਣੀ ਹੈ, ਗੁਰੂ ਕੇ ਲੰਗਰ ਵਿੱਚ ਪਾਉਣੀ ਹੈ। ਜੇ ਤੂੰ ਆਪ ਖਾਵੇਂਗਾ, ਆਪ ਰੱਖੇਂਗਾ ਤਾਂ ਦੋਸ਼ੀ ਭਾਗੀ ਬਣੇਗਾ, ਨਰਕ ਨਹੀਂ ਝੱਲਣਗੇ। ਕਿਉਂਕਿ ਸੰਗਤ ਦੀ ਮਾਇਆ ਤੇ ਜੋ ਅੱਖ ਉਠਾਉਂਦਾ, ਮਨ ਮੈਲਾ ਕਰਦਾ ਹੈ, ਉਹ ਦੁਖੀ ਹੁੰਦਾ। ਦੱਸਿਆ ਸ਼ਾਸਤਰ ਦੇ ਵਿੱਚ। ਸਤਿ ਕਰਦੇ ਮਹਾਰਾਜ ਤੇ ਬਾਤਾਂ ਸਤਿ ਲੈ ਕੋਈ ਨਹੀਂ ਭੱਜਣ ਦਾ ਯਤਨ ਕਰਿਓ। ਬਾਰਿਸ਼ ਹੈ ਕਿਤੇ ਪਤਾਸਾ ਤਾਂ ਹਿੰਦੂ ਸੀ ਗਲ ਜਾਓ। ਇਹ ਆਉਂਦੇ ਰਹਿੰਦੇ ਆ। ਪਰਮਾਤਮਾ ਦੀ ਖੁਸ਼ੀ ਆ ਵੀ ਠੰਡ ਹੋ ਰਹੀ ਆ। ਉੱਠਣਾ ਨਹੀਂ, ਇਸੇ ਤਰ੍ਹਾਂ ਸੁਰਤਾਂ ਟਿਕਾ ਕੇ ਬੈਠੇ ਰਹਿਣਾ ਹੈ। ਜੇ ਭੇਜਣਗੇ ਬਸਤਰ ਫੇਰ ਸੁੱਕ ਜਾਣਗੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਆਪਣੇ ਮਨ ਨੂੰ ਨਾ ਖੰਡਾਓ, ਹਿਲਜੁਲ ਨਾ ਪੈਦਾ ਕਰੋ, ਸਿਰਤਾਂ ਜੋੜੋ। ਪਹਿਲੇ ਬੈਠਣਾ ਹੀ ਆਉਂਦਾ ਹੈ, ਪਦਮਾਸਨ ਲਾ ਕੇ ਬੈਠਣਾ ਹੈ। ਆਹ ਬੱਚੇ ਜਿਹੜੇ ਨਾਲ ਹਨ ਰੌਲਾ ਪਾਉਂਦੇ, ਇਹਨਾਂ ਨੂੰ ਚੁੱਪ ਕਰਾਓ। ਪਤਾ ਨਹੀਂ ਲੱਗੇ ਕੌਣ ਆਇਆ, ਕੌਣ ਗਿਆ, ਕੌਣ ਬੈਠਾ। ਕਿਸੇ ਐਸੇ ਆਨੰਦ ਵਿੱਚ, ਐਸੇ ਟਿਕਾਣੇ ਸੁਰਤ ਦਾ ਟਿਕਾ ਹੋ ਜਾਵੇ ਜਿੱਥੇ ਤੁਹਾਨੂੰ ਇਹ ਨਾ ਪਤਾ ਲੱਗੇ ਵੀ ਕੌਣ ਆਇਆ, ਕੌਣ ਗਿਆ, ਕੌਣ ਮੱਥਾ ਟੇਕਦਾ ਹੈ। ਸੁਰਤ ਇਤਨੀ ਸ਼ਬਦ ਵਿੱਚ ਜੁੜੀ ਹੋਵੇ। ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਦਰਤਿਆਂ ਦਰਗੇ ਪਾਈਏ ਠਾਓ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਸ ਦੇ। ਜਗ ਮੈਂ ਉਤਮ ਕਾਢੀਏ, ਵਿਰਲੇ ਕਈ ਕੇ। ਉਹ ਵਿਰਲੇ ਪੁਰਖ ਹਨ ਜਿਹੜੇ ਬਿਰਤਾ ਦੇ ਆਇਆਂ ਘਬਰਾਉਂਦੇ ਨਹੀਂ, ਰੱਬ ਦੇ ਭਾਣੇ ਵਿੱਚ ਖੁਸ਼ ਰਹਿੰਦੇ ਆ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾਂ, ਦੇਖੋ ਸੁਖ ਮਨਾਈ। ਇਹ ਗੁਰਮੁਖਾਂ ਦੇ ਲੱਛਣ ਹਨ। ਗੁਰਮੁਖ ਕਦੇ ਘਬਰਾਉਂਦੇ ਨਹੀਂ ਮਾੜੀ ਜੀ ਗੱਲ ਤੇ। ਆਪਣੀ ਸੁਰਤ ਨਹੀਂ ਤੋੜਦੇ। ਇੱਕ ਉੱਠਦਾ ਕੋਲੋਂ ਦੂਜੇ ਨੂੰ ਹਿਲਾ ਕੇ ਉਹਦੀ ਸੁਰ ਤੋੜ ਜਾਂਦਾ ਹੈ। ਪਰ ਉਹਦਾ ਪਾਪ ਉਸੇ ਨੂੰ ਲੱਗਦਾ ਹੈ ਜਿਹੜਾ ਪ੍ਰੇਮੀ ਦੀ ਸੁਰਤ ਤੋੜਦਾ ਹੈ। ਮਨ ਟਿਕਿਆ ਹੁੰਦਾ ਹੈ ਹਰੀ ਜਸ ਵਿੱਚ, ਪਰ ਮਾਰ ਕੇ ਉੱਠਣ ਲੱਗਿਆ ਦੂਜੇ ਦੀ ਸੁਰਤ ਤੋੜ ਜਾਣੀ ਹੈ। ਸੰਗਤ ਵਿੱਚ ਉੱਚੀ ਸਾਹ ਲੈਣਾ ਇਹ ਵੀ ਦੁੱਖ ਦਾ ਕਾਰਨ ਹੈ। ਜੇ ਕੋਈ ਦਾਣਾ ਚੱਬ ਲੈ ਛੋਲਿਆਂ ਦਾ ਜਾਂ ਹੋਰ, ਉਹਦਾ ਖੜਕਾ ਸਾਰੀ ਸੰਗਤ ਨੂੰ ਸੁਣਨਾ ਹੈ। ਇੱਕ ਇਹ ਮਨ ਦੇ ਵਿੱਚ ਬਿਰਤੀ ਇਤਨੀ ਸੂਖਮ ਹੋ ਜਾਂਦੀ, ਥੋੜ੍ਹਾ ਜਿਹਾ ਉੱਚੀ ਸਾਹ ਵੀ ਦੁੱਖ ਦਾ ਕਾਰਨ ਬਣਦਾ ਹੈ। ਤਾਂ ਤੇ ਪਤਾ ਨਹੀਂ ਲੱਗੇ ਪਹਿਲੇ ਪਦਮ ਆਸਣ ਲਾਉਣਾ ਸਿੱਖੋ। ਆਸਣ ਜੰਮ ਗਿਆ, ਸਮਾਧੀ ਜੁੜ ਜਾਂਦੀ ਆ। ਖੱਬਾ ਪੈਰ ਹੇਠਾਂ, ਸੱਜੇ ਗੋਡੇ ਦੇ ਸੱਜਾ ਪੈਰ ਉੱਪਰ ਰੱਖ ਲਓ। ਸਿੱਧੇ ਹੋ ਕੇ ਬੈਠੋ, ਰੀੜ੍ਹ ਦੀ ਹੱਡੀ ਦਾ ਵਾਲ ਕੱਢ ਕੇ। ਅੱਧਾ ਸਰੀਰ ਤੁਹਾਡਾ ਸੌਂ ਜੂਗਾ, ਨਾਭੀ ਤੱਕ ਐ ਨਹੀਂ ਪਤਾ ਲੱਗਣਾ ਕਿੱਥੇ ਬੈਠੇ ਹਾਂ। ਸਰੀਰ ਹੌਲਾ ਫੁੱਲ ਬਣ ਜੂਗਾ, ਜਿਵੇਂ ਪਾਣੀ 'ਤੇ ਫੁੱਲ ਧਰਦਾ ਫਿਰਦਾ ਹੈ। ਤੁਸੀਂ ਫਿਰ ਸਾਰੀ ਰਾਤ ਬੈਠੇ ਰਹੋ, ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਸਰੀਰ ਹੈ ਕਿ ਨਹੀਂ ਹੈ। ਇਹੋ ਜਿਹੀ ਹਾਲਤ ਹੋਣੀ ਜੋ ਸੁਰ ਟਿਕ ਜਾਣੀ ਆ। ਸਰੀਰ ਅੱਧਾ ਸੁੰਨ ਹੋ ਜਾਣਾ। ਜੇ ਕਦੇ ਇੱਧਰ ਦੇਖ ਲਿਆ, ਇੱਧਰ ਦੇਖ ਲਿਆ, ਗੋਡਾ ਹਿਲਾ ਲਿਆ, ਕਦੇ ਇੱਧਰ ਨੂੰ ਦੇਖਣ ਲੱਗ ਪਏ। ਮਾਨੋ ਮਨ ਟਿਕਾ ਨਹੀਂ, ਭਟਕਣਾ ਚਾਹ।
ਜਿੰਨਾ ਚਿਰ ਮਨ ਟਿਕਦਾ ਨਹੀਂ ਉਹਨਾਂ ਚਿਰ ਗੁਣ ਬਾਣੀ ਦਾ ਰਸ ਨਹੀਂ ਬਣਦਾ। ਇਹ ਰਸ ਇਹੋ ਜਿਹਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਕਹਿਣ ਨਾ ਜਾਈ ਹੋ। ਗੂੰਗੇ ਮਹਾਂਬਤਾ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ। ਗੂੰਗੇ ਪੁਰਸ਼ ਨੇ ਜੀ ਜ਼ਬਾਨ ਨਹੀਂ, ਕੋਈ ਮਿੱਠੀ ਸਵਾਦ ਚੀਜ਼ ਖਾਧੀ ਆ, ਪਰ ਉਹਦੇ ਚਿਹਰੇ ਦੀ ਖੁਸ਼ੀ ਤੋਂ ਪਤਾ ਲੱਗਦਾ ਇਹਨੇ ਚੰਗੀ ਚੀਜ਼ ਖਾਧੀ ਹੈ। ਜੇ ਪੁੱਛੀਏ ਕੀ ਖਾਧਾ, ਦੱਸ ਨਹੀਂ ਸਕਦਾ। ਇਹ ਆਨੰਦ ਵੀ ਇਹੋ ਜਿਹਾ ਜਿਹੜਾ ਕਹਿਣ ਸੁਣਨ ਵਾਲਾ ਨਹੀਂ। ਇਸ ਨੂੰ ਉਹੀ ਜਾਣਦਾ ਹੈ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਗੱਲਾਂ ਬਾਤਾਂ ਨਾਲ ਨਹੀਂ, ਮਿਹਨਤ ਕਰਨੀ ਪੈਂਦੀ ਆ। ਮਹਾਤਮਾ ਦੀਆਂ ਬੈਠ ਬੈਠ ਕੇ ਲੱਤਾਂ ਵਿੰਗੀਆਂ ਹੋ ਜਾਂਦੀਆਂ। 8-8 ਘੰਟੇ ਦੀ ਸਮਾਧੀ ਲਾਉਣੀ, ਸਾਰੀ ਸਾਰੀ ਰਾਤ ਬੈਠੇ ਰਹਿਣਾ। ਰਾੜਾ ਸਾਹਿਬ ਮਹਾਂਪੁਰਖ ਨਹਿਰ ਦਾ ਕਿਨਾਰਾ ਸੀ, ਬਹੁਤ ਵੱਡੀ ਨਹਿਰ ਜਾਂਦੀ ਹੈ। ਸਾਰੇ ਸਿੰਘਾਂ ਨੂੰ 2 ਵਜੇ ਉਠਾ ਕੇ 1:30 ਵਜੇ ਇਸ਼ਨਾਨ ਕਰਕੇ 2 ਵਜੇ ਤੱਕ ਨਹਿਰ 'ਤੇ ਲੈ ਜਾਂਦੇ। ਉੱਪਰ ਕੰਬਲ ਭੂਰਾ ਗਰਮ ਕੱਪੜਾ ਨਹੀਂ ਸੀ ਲੈਣਾ, ਚਿੱਟੀ ਚਾਦਰ ਚਿੱਟੇ ਬਾਸਰ। ਕਹਿੰਦੇ ਤੁਸੀਂ ਭੂਰੇ ਵਿੱਚ ਸੌਂ ਜਾਓਗੇ। ਨਹਿਰ ਦੇ ਕਿਨਾਰੇ ਆਸਣ ਵਿਛਾ ਕੇ ਬਿਠਾਉਣੇ ਵੀ ਜੇ ਤੁਸੀਂ ਸੌਂਗੇ ਤਾਂ ਨਹਿਰ ਦੇ ਵਿੱਚ ਡਿੱਗੋਗੇ, ਮਰ ਜਾਓਗੇ। ਸਾਵਧਾਨ ਹੋ ਕੇ, ਸਾਵਧਾਨ ਇਕਾਗਰ ਚੀਤ, ਪ੍ਰਭ ਉਸ ਕਰੋ ਸੰਤ ਮੀਤ। ਸਾਵਧਾਨ ਇਕਾਗਰ ਚੀਤ। ਜਦ ਵਾਹਿਗੁਰੂ ਦੀ ਵਡਿਆਈ ਕਰਨੀ, ਸਾਵਧਾਨ ਹੋ ਕੇ, ਐਵੇਂ ਢਿੱਲੇ ਜਿਹੇ ਆਲਸੀ ਬਣ ਕੇ ਨਹੀਂ ਬੈਠਣਾ। ਬਾਜੂ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ। ਮਨ ਕੀ ਟਿਕੇ, ਅੱਧਾ ਸੁੱਤਾ ਪਿਆ ਹੁੰਦਾ ਪਹਿਲੇ ਹੀ। ਜਦੋਂ ਮਨ ਟਿਕਿਆ ਹੁੰਦਾ ਉਦੋਂ ਰਸ ਬਣਦਾ, ਮਨ ਟਿਕਦਾ ਹੈ। ਪਹਿਲੇ ਮਨ ਟਿਕਾਉਣ ਦਾ ਹੀ ਪਤਾ ਨਹੀਂ ਕਿਵੇਂ ਟਿਕਾਉਣਾ ਹੈ। ਇਹ ਜੁਗਤੀਆਂ ਮਹਾਤਮਾ ਤੋਂ ਮਿਲਦੀਆਂ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਜਿਵੇਂ ਕੱਪੜਾ ਪੰਸਾਰ ਦੁਕਾਨ ਤੋਂ ਮਿਲਦਾ ਬਜਾਜੀਆਂ, ਇਸੇ ਤਰ੍ਹਾਂ ਹੀ ਹੋਰ ਕੋਈ ਚੀਜ਼ ਲੈਣੀ ਹੈ, ਕਮਿਸ਼ਨ ਦੁਕਾਨ ਤੋਂ ਦਵਾਈ ਦੀ ਕੋਈ ਗੋਲੀ ਮਿਲ ਜੂਗੀ। ਪੰਸਾਰੀਆਂ ਤੋਂ ਲੰਗਰ ਦਾ ਸਮਾਨ, ਹੋਰ ਚੀਜ਼ਾਂ ਮਿਲ ਜਾਣਗੀਆਂ, ਦਾਲ ਮਸਾਲੇ। ਪਰ ਨਾਮ ਜਿਹੜਾ ਹੈ ਇੱਕ ਪਰਮਾਤਮਾ ਦਾ, ਇਹ ਸੰਗਤ ਵਿੱਚੋਂ ਪ੍ਰਾਪਤ ਹੋਣਾ, ਹੋਰ ਕਿਤੋਂ ਪ੍ਰਾਪਤ ਨਹੀਂ ਹੋਣਾ। ਤਾਂ ਤੇ ਆਓ, ਜ਼ਿੰਦਗੀ ਛਿਨ ਕਰਕੇ ਤੁਰੀ ਜਾ ਰਹੀ ਹੈ। ਛਿਨ ਕਰ ਗਏ ਕਾਲ ਤੈਸੇ ਜਾਤ ਆਜ ਹੈ। ਮਾਤਾ ਸਮਝਦੀ ਹੈ ਬੱਚਾ ਜਨਮ ਲੈਂਦਾ, ਪਾਇਆ ਉਦੋਂ ਹੀ ਬਣ ਜਾਂਦਾ। ਬੀਬੀਆਂ ਆਉਂਦੀਆਂ ਵਧਾਈਆਂ ਦੇਣ, ਭੈਣੇ ਵੱਡੀ ਉਮਰ ਵਾਲਾ ਹੋਵੇ। ਕਿਉਂ, ਮਰਨ ਦਾ ਭੈ ਬਣ ਗਿਆ ਨਾ ਉਦੋਂ। ਜਨਮ ਲਿਆ ਨਹੀਂ, ਮਰਨ ਖਾਏ ਮੰਡਲ ਮੈਂ ਆਏ। ਮੌਤ ਰਖਾ ਕੇ ਸੰਸਾਰ ਦੇ ਵਿੱਚ ਆਉਂਦਾ ਹੈ। ਦਸਮ ਪਾਤਸ਼ਾਹ ਨੂੰ ਪੁੱਛੋ ਤਾਂ ਪਾਤਸ਼ਾਹ ਫਰਮਾਉਂਦੇ ਹਨ, ਸਭ ਤੋਂ ਪਹਿਲੇ ਪਰਮਾਤਮਾ ਨੇ ਮੌਤ ਬਣਾਈ ਹੈ। ਖੰਡਾ ਪਰਖ ਮੈਂ ਸਾਜ ਕੇ ਜਿਨ ਸਭ ਸੰਸਾਰ ਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ। ਬੜੇ ਬੜੇ ਮੁਨ ਦੇਵਤੇ ਕਿੰਨੀ ਤਰ੍ਹਾਂ ਅੰਤ ਨਾ ਪਾਇਆ। ਕਿਸ ਨੇ ਉਹਦਾ ਅੰਤ ਨਹੀਂ ਪਾਇਆ। ਤਾਂ ਤੇ ਵਾਹਿਗੁਰੂ ਬੇਅੰਤ ਹੈ, ਸਰੀਰ ਦਾ ਕੋਈ ਭਰੋਸਾ ਨਹੀਂ। ਜਿੰਨਾ ਚਿਰ ਸਵਾਸ ਚੱਲਦੇ ਹਨ ਉਹਨਾਂ ਚਿਰ ਪਹਿਲੇ ਪਹਿਲੇ ਲਾਹਾ ਲੈ ਲਓ। ਦਮ ਤਾਂ ਇੱਕਦਮ ਦੇ ਆਦਮੀ ਅਸੀਂ। ਜ਼ਿੰਦਗੀ ਤੁਰੀ ਜਾਂਦੀ ਆ। ਮਾਂ ਸਮਝਦੀ ਮੇਰਾ ਪੁੱਤਰ ਵੱਡਾ ਹੋ ਗਿਆ, 10 ਸਾਲ ਦਾ ਹੋ ਗਿਆ, ਪਰ ਭੋਲੇ ਨੂੰ ਇਹ ਨਹੀਂ ਪਤਾ ਵੀ ਮੇਰੇ ਪੁੱਤਰ ਦੀ 10 ਸਾਲ ਉਮਰ ਘੱਟ ਗਈ। 20 ਸਾਲ ਦਾ ਹੋ ਗਿਆ, 20 ਸਾਲ ਉਮਰ ਘੱਟ ਗਈ ਇਹਦੀ, ਬਾਕੀ ਪਤਾ ਨਹੀਂ ਹੈ ਕਿ ਨਹੀਂ ਹੈ। ਇੱਕ ਮਾਤਾ ਕੋਠੇ 'ਤੇ ਗਰਮੀ ਦਾ ਮਹੀਨਾ ਦੁੱਧ ਰਿੜਕਦੀ ਆ। ਥੋੜ੍ਹਾ ਜਿਹਾ ਬੱਚਾ ਦੁੱਧ ਨਹੀਂ ਰਿੜਕਣ ਦਾ ਇਸ਼ਾਰਤਾ ਕਰਦਾ, ਭੱਜ ਕੇ ਗਲ ਨੂੰ ਚਿੰਬੜ ਜਾਂਦਾ। ਕਦੇ ਅੱਗੇ ਨੇਤੀ ਤੋਂ ਨਿਆਣੇ ਹੁੰਦੇ, ਨਿਆਣੇ ਤਾਂ ਗਊ ਦੀਆਂ ਲੱਤਾਂ ਜੋੜਦੇ, ਨੇਤੀ ਧੋਤੀ ਆਦਿਕ ਹੋਰ ਜਿਹਦੇ ਨਾਲ
ਮਧਾਣੀ ਰੱਖ ਜਾਂਦੇ। ਅੱਜ ਕੱਲ੍ਹ ਤਾਂ ਕੋਈ ਨਹੀਂ ਪਤਾ ਰਹਿ ਗਿਆ ਕਿ ਦੁੱਧ ਤਾਂ ਢੋਲਾਂ ਵਿੱਚ ਜਾਂਦਾ ਹੈ। ਕਿਸੇ ਵਡਭਾਗੀ ਦੇ ਘਰ ਦੇ ਵਿੱਚ ਉਹ ਮਧਾਣੀ ਗੁੜ ਤੇ ਬਾਕੀ ਉਹ ਨੇਤਾ ਜੀ ਦੇ ਨਾਲ ਪਾ ਕੇ ਦੁੱਧ ਰਿੱਕਿਆ ਮਧਾਣੀ ਖਿੱਚ ਕੇ। ਹੁਣ ਬੀਬੀਆਂ ਨੂੰ ਕੰਮ ਤਾਂ ਬਹੁਤ ਆ, ਪਰ ਰਹਿੰਦੀਆਂ ਵਿਹਲੀਆਂ, ਮੋਟੀਆਂ, ਸਿਰ ਦੁਖਦਾ ਜੀ, ਲੱਤਾਂ ਦੁਖਦੀਆਂ, ਗੋਡੇ ਦੁਖਦੇ, ਮਾਪੇ ਹੀ ਦੁਖਣੇ ਆ। ਜਦੋਂ ਸਾਰਾ ਦਿਨ ਵਿਹਲੀਆਂ ਰਹਿਣਾ, ਕਰਨਾ ਕੁਛ ਹੈ ਨਹੀਂ। ਅੱਗੇ ਬੀਬੀਆਂ 2 ਵਜੇ ਪਹਿਲੀ ਫੁੱਟ ਦੀ ਬਾਂਗ ਨਾਲ ਉੱਠ ਕੇ ਆਟਾ ਪੀਂਦੀਆਂ ਸਾਰੇ ਦਿਨ ਦਾ ਟੱਬਰ ਦਾ। ਫਿਰ ਉਹਨਾਂ ਨੇ ਪਾਣੀ ਦੇ 5-5, 10 ਘੜੇ ਭਰ ਕੇ ਰੱਖਣੇ। 3-3 ਘੜੇ ਸਿਰ 'ਤੇ ਰੱਖ ਕੇ ਹੱਥ ਛੱਡ ਕੇ ਤੁਰੀਆਂ ਆਉਣੀਆਂ। ਖਿਆਲ ਘੜੇ ਵਿੱਚ ਹੋਣਾ, ਗੱਲਾਂ ਕਰਦੇ ਆਉਂਦੀਆਂ ਸਹੇਲੀਆਂ। ਤੇ ਘਰ ਦਾ ਸਫਾਈ ਝਾੜੂ ਮਾਰਨਾ। ਫਿਰ ਪ੍ਰਸ਼ਾਦਾ ਲੈ ਕੇ ਜਾਣਾ ਬਾਹਰ ਹਾਲੀਆਂ ਦਾ, ਸਵਾਤੀ ਹਾਜ਼ਰੀ ਦਾ। ਸਾਰਾ ਦਿਨ ਕੰਮ ਦੇ ਵਿੱਚ ਲੰਘ ਜਾਂਦਾ। ਪੁਰਾਣੀਆਂ ਬੁੜੀਆਂ ਦੀ ਨਿਗਾਹ ਅਜੇ ਵੀ ਬੱਚਿਆਂ ਨੂੰ ਜ਼ਿਆਦਾ ਤੇਜ਼ ਆ। ਹਰ ਸਰੀਰ ਉਹਨਾਂ ਤਾਕਤਵਰ ਹੈ, ਪਰ ਅੱਜ ਜੰਮਦੇ ਬੱਚੇ ਹੀ ਰੋਗੀ ਹਨ। ਜੰਮਦੇ ਹੀ ਬੱਚੇ, ਕਿਉਂ ਜਦੋਂ ਮਾਂ ਬਾਪ ਰੋਗੀ ਆ, ਉਹੋ ਜਿਹੇ ਬੀਜ ਜਿਹੋ ਜਿਹਾ ਪਾਵਾਂਗੇ ਉਹੋ ਜਿਹੇ ਹਰਾ ਹੋਣਾ। ਤਾਂ ਤੇ ਉਹ ਜੰਮਦੇ ਬੱਚੇ ਰੋਗੀ ਹਨ, ਕਿਉਂਕਿ ਮਾਂ ਬਾਪ ਪਹਿਲੇ ਰੋਗੀ ਬੱਚੇ ਨੂੰ ਆਪ ਹੀ ਜਨਮ ਦਿੰਦੇ ਹਨ। ਬੱਚਾ ਕਿਹੋ ਜਿਹਾ ਬੀਜ ਪਾਉਣਾ ਉਹੋ ਜਿਹਾ ਹਰਾ ਹੋਣਾ। ਮਾਤਾ ਸਮਝਦੀ ਮੇਰਾ ਪੁੱਤਰ ਵੱਡਾ ਹੁੰਦਾ ਹੈ, ਪਰ ਭੋਲੀ ਨੂੰ ਇਹ ਨਹੀਂ ਪਤਾ 20 ਸਾਲ ਦਾ ਹੋ ਗਿਆ, 20 ਸਾਲ ਜ਼ਿੰਦਗੀ ਵਿੱਚੋਂ ਨਿਕਲ ਗਏ, ਚਲੇ ਗਏ, ਉਹ ਹੱਥ ਨਹੀਂ ਆਉਣੇ। ਜਗਲੀ ਸਾਸਾਂ ਦਾ ਪਤਾ ਕੋਈ ਨਹੀਂ, ਆਵੇ ਜਾਂ ਨਾ ਆਵੇ, ਉਹ ਰੱਬ ਦੇ ਹੁਕਮ ਦੇ ਵਿੱਚ ਆ। ਜਿਹੋ ਜਿਹੇ ਆਉਣਗੇ ਚਲੇ ਜਾਣਾ ਸਮਾਂ। ਤਾਂ ਤੇ ਗੁਰੂ ਜੀ ਕਹਿੰਦੇ ਜਨਨੀ ਜਾਨਤ ਬੜਾ ਹੋਤ ਹੈ, ਇਤ ਨਾਂਗ ਨਾ ਜਾਣੇ ਜੇ ਜ਼ਿੰਦਨ ਅਵਧ ਘੜਤ ਹੈ। ਮੋਰ ਮੋਰ ਕਰ ਅਰਕ ਲਾੜਤਾ ਪੇਟ ਹੀ ਜਾਮ ਰਾਓ ਹੱਸੇ। ਬੱਚਾ ਭੱਜ ਕੇ ਮਾਂ ਦੇ ਗਲ ਨੂੰ ਚੰਬੜ ਜਾਂਦਾ ਤੇ ਨਿੱਠ ਪੈਂਦਾ। ਉਹਦਾ ਕਿੱਦੋਂ ਰੱਖਿਆ ਸੀ ਕੋਲੇ ਗੇਂਦ, ਰੋੜ ਦਿੰਦੀ, ਲਿਆ ਭੱਜ ਕੇ ਮੱਲ। ਉਹ ਭੱਜ ਕੇ ਚੱਕ ਲੈਂਦਾ, ਫਿਰ ਰੋੜ ਦਿੰਦੀ। ਵੀਰ ਜੀ ਤੁਰੇ ਜਾ ਰਹੇ ਸਿਮਰ ਵੇਲੇ ਦੇਖਦੇ ਹੋਏ, ਕਦੇ ਕਾਨ ਕਹਿ ਕੇ ਆਪਣੇ ਬੱਚੇ ਨੂੰ ਆਵਾਜ਼ਾਂ ਮਾਰਦੀ, ਕਦੇ ਰਾਮ ਦਾ ਅਵਤਾਰ ਕਹਿੰਦੀ ਆ, ਕਦੇ ਚੰਦਰਮਾ ਦਾ, ਮੇਰਾ ਪੁੱਤ ਚੰਦਰਮਾ ਵਰਗਾ ਹੈ, ਕਦੇ ਕਿਸੇ ਦੇਸ਼ ਦਾ ਨਾਂ ਲੈ ਕੇ ਪੁੱਤ ਨੂੰ ਆਵਾਜ਼ਾਂ ਮਾਰਦੀ ਆ। ਪਰ ਭੋਲੀ ਨੂੰ ਇਹ ਨਹੀਂ ਪਤਾ ਵੀ ਤੂੰ ਤਾਂ ਆਵਾਜ਼ਾਂ ਮਾਰਦੀਆਂ ਖੁਸ਼ ਹੋ ਰਹੀ ਆ, ਪਰ ਇਹਦੇ ਉੱਪਰ ਤੇ ਜਮਾਂ ਦੀ ਨਿਗਾਹ ਲੱਗੀ ਹੋਈ ਆ, ਮੌਤ ਨੇ ਤਾਂ ਖਾਜਾ ਬਣਾ ਲੈਣਾ। ਗੇਂਦ ਰੋੜੀ, ਬੋਲ ਰੋੜੀ ਹੇਠਾਂ ਜਾ ਡਿੱਗੀ। ਬੱਚੇ ਸੁਭਾਅ ਦਾ ਮਗਰੀ ਹੇਠਾਂ ਗਿਉਂਦੇ ਪਿਆ। ਆਉਂਦਿਆਂ ਹੀ ਚੀਂ-ਚਿੰਗਾੜਾ ਮਰ ਗਿਆ, ਧੌਣ ਟੁੱਟ ਗਈ। ਵੀਰ ਜੀ ਕੁਛ ਦੇਖ ਰਹੇ ਸਨ। ਪਹਿਲੇ ਉਹ ਬੁਲਾ ਰਹੀ ਸੀ, ਕਦੇ ਮੋਰ, ਕਦੇ ਕ੍ਰਿਸ਼ਨ, ਕਦੇ ਰਾਮ ਚੰਦਰ ਦਾ ਅਵਤਾਰ ਦਾ ਦਰਜਾ ਦਿੰਦੀ। ਪਰ ਹੁਣ ਰੋਣਾ ਟੁੱਟਣਾ ਮਿੰਟ ਵਿੱਚ ਪੈ ਗਿਆ। ਢਿੱਡ ਨੂੰ ਕੁੱਟਦੀ ਆ, ਗੱਲਾਂ ਪਾਉਂਦੀ ਆ, ਪਰਤਾ ਤੇ ਹੱਥ ਮਾਰਦੀ ਆ, ਰੁੜ ਗਈ, ਲੁੱਟੀ ਗਈ। ਉਸ ਸਮੇਂ ਕਬੀਰ ਜੀ ਦੇ ਮਨ ਦੇ ਵਿੱਚ ਵੀ ਤਰਸ ਆਇਆ। ਉਹ ਇਹਦੇ ਸਾਰੇ ਲਾੜ ਚਾਅ ਮਲਾਰ, ਮੇਰਾ ਪੁੱਤਰ ਵੱਡਾ ਹੋਊਗਾ, ਵਿਆਹ ਜਾਊਗਾ, ਘਰ ਵਿੱਚ ਨਹੁੰ ਪੋਤਿਆਂ ਵਾਲੀ ਹੋਊਗੀ। ਪਰ ਇਹ ਤਾਂ ਕੁਦਰਤ ਦੀ ਖੇਡ ਹੈ। ਖੋਲੇ ਦਾ ਮਾਂ ਦਾ, ਕਈਆਂ ਦੇ ਪੁੱਤ ਪੋਤਰੇ ਦੋਤੇ ਦੋਤੇ ਹੁੰਦੇ ਹਨ, ਪਰ ਇੱਕ ਨਾਲ ਇੱਕ ਹੁੰਦਾ, ਉਹ ਵੀ ਮਰ ਜਾਂਦਾ ਜੰਮਦਾ ਹੀ। ਪਰਮਾਤਮਾ ਨੂੰ ਕੌਣ ਕਹੇ, ਪਰਮਾਤਮਾ ਤੋਂ ਇੰਨਾ ਧੱਕਾ ਕੀਤਾ ਹੈ, ਕਿਸੇ ਦਾ ਜ਼ੋਰ ਨਹੀਂ ਚੱਲਦਾ। ਜੇ ਕਿਤੇ ਰੱਬ ਦਾ ਪਤਾ ਲੱਗ ਜਾਏ, ਦਾਤੀਆਂ ਨਾਲ ਮਾਰ ਮਾਰ ਕੇ ਰੱਬ ਦਾ ਢੱਡੀ ਪਾੜ ਦੇਣਾ, ਮੇਰਾ ਮੁੰਡਾ ਮਾਰਤਾ, ਪਰ ਉਹ ਦੀਦਾ ਨਹੀਂ। ਦੱਸਿਆ ਹੈ ਮੂਰਖ ਨੂੰ ਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ, ਕਰਦੇ ਸੁੜ ਮਜ਼ੂਰੀ ਮੂਰਖ ਜਾਏ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ, ਜਿਨੀ ਇੰਝ ਕਰ। ਮਾਰਦੇ ਕਿਹਦਾ ਜ਼ੋਰ ਚੱਲਦਾ ਵੀ ਇਉਂ ਕਿਉਂ ਕੀਤਾ।
ਤੂੰ ਐਂ ਕਰਨਾ ਸੀ, ਮੂਰਖਾਂ ਤਾਂ ਹਾਥੀ ਘੋੜੇ ਨੇ ਸਵਾਰੀਆਂ ਰਾਜੇ ਬਣਾਇਆ। ਬੜੇ ਬੜੇ ਪੜ੍ਹੇ ਲਿਖੇ ਪੰਡਤ ਸੰਸਕਾਰ ਦੇ, 4 ਵੇਦਾਂ ਦੇ ਪਾਠੀ, 6 ਸ਼ਾਸਤਰੀ ਪੜ੍ਹੇ ਹੋਏ, ਉਹ ਮੂਰਖਾਂ ਦੇ ਅੱਗੇ ਨੌਕਰੀ ਕਰਦੇ ਹਨ ਤੇ ਪੰਡਤਾਂ ਦੇ ਪੈਰ ਫਟੇ ਹੋਏ ਹਨ। ਹੱਡੀਆਂ ਫਟੀਆਂ ਪਾਉਣ ਨੂੰ ਜੋੜਾ ਨਹੀਂ ਮਿਲਦਾ। ਮੂਰਖਾਂ ਨੂੰ ਘੋੜਿਆਂ ਦੀਆਂ ਸਵਾਰੀਆਂ ਫੌਜਾਂ ਦਾ ਮਾਲਕ ਬਣਾਉਂਦਾ ਹੈ। ਮੂਰਖ ਨੂੰ ਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ। ਕਰਦੇ ਸੁਗੜ ਮਜ਼ਦੂਰੀ ਮੂਰਖ ਜਾਏ ਕਰ। ਬੜੇ ਬੜੇ ਪੰਡਤ ਲੋਕ ਮੂਰਖਾਂ ਰਾਜਿਆਂ ਦੇ ਘਰ ਦੇ ਨੌਕਰੀ ਕਰਦੇ ਪੈਸੇ ਪਿੱਛੇ। ਪਰ ਪਰਮਾਤਮਾ ਨੂੰ ਕੌਣ ਕਹੇ, ਪਰਮਾਤਮਾ ਤੋਂ ਇਉਂ ਕੋ ਵੀ ਟਾਈਮ ਕਰਨਾ ਚਾਹੀਦਾ ਸੀ ਕਿ ਉਹ ਡਾਢਾ ਬੇਪਰਵਾਹ ਹੈ। ਛਿਨ ਮਾਤੇ ਵਿੱਚ ਬਾਦਸ਼ਾਹ ਨੂੰ ਕੰਗਾਲ ਤੇ ਕੰਗਾਲ ਸਿੰਘ ਬਾਦਸ਼ਾਹ ਬਣਾਉਂਦਾ ਹੈ। ਉਹਦੇ ਉੱਪਰ ਕਿਸੇ ਦਾ ਜ਼ੋਰ ਨਹੀਂ ਚੱਲਦਾ, ਅਰਦਾਸ ਹੈ। ਜਿਸ ਅੱਗੇ ਜ਼ੋਰ ਨਾਲ ਚੱਲੀ ਖਲੇ ਕੀਤੀ ਅਰਦਾਸ, ਅਰਦਾਸ ਪਹੁੰਚਦੀ ਉਹਦੇ ਚਰਨਾਂ ਵਿੱਚ। ਹਾਥੀ ਕੀ ਟੰਕਾਰ ਪਲ ਪਾਸ਼ੇ ਪਹੁੰਚਤਾਏਂ, ਕੀਟੀ ਕੀ ਪੁਕਾਰ ਪਹਿਲੇ ਸੁਨੀਅਤ ਹੈ। ਦਸਮ ਪਾਤਸ਼ਾਹ ਦੱਸਦੇ ਹਨ ਵੀ ਹਾਥੀ ਚੀਕ ਤਾਂ ਸ਼ਾਇਦ ਬਾਅਦ ਹੀ ਪਹੁੰਚੇ, ਕੀੜੀ ਦੀ ਪੁਕਾਰ ਪਹਿਲੇ ਦਰਬਾਰ ਵਿੱਚ ਪਹੁੰਚ ਜਾਂਦੀ ਹੈ। ਬੜੇ ਬੜੇ ਹੰਕਾਰੀ ਰਾਜੇ ਦੁੱਖ ਵੇਲੇ ਉਹ ਵੀ ਰੱਬ ਨੂੰ ਯਾਦ ਕਰਦੇ ਹਨ, ਪਰ ਗਰੀਬ ਦੀ ਪਹਿਲੇ ਪਹੁੰਚ, ਜਿਹੜਾ ਗਰੀਬ ਨੂੰ ਦੁੱਖ ਦਿੰਦਾ ਹੈ ਉਹਦਾ ਸੁਣੇਗਾ ਮਾਲਕ। ਐ ਜ਼ਾਲਮ, ਗਰੀਬ ਨੂੰ ਨਾ ਸਤਾ, ਗਰੀਬ ਰੋਏਗਾ, खबर होएगी उसके माल को, तुझे जड़ से खो देगा। गरीब तो रोंदा ही है, ਉਹਦਾ ਕੁਛ ਕਰ ਨਹੀਂ ਸਕਦਾ, ਪਰ ਜਿਹੜਾ ਮਾਲਕ ਆ ਉਹਦਾ ਦੇਖ ਰਿਹਾ ਨਾ, ਉਹਦੀ ਨਿਗਾਹ ਪੁੱਠੀ ਹੋ ਗਈ, ਤੇਰੀ ਜੜ੍ਹਾਂ ਪੱਟ ਦੂਗਾ, ਕਿਸੇ ਗਰੀਬ ਦਾ ਦਿਲ ਨਾ ਦਿਖਾ। ਤਾਂ ਤੇ ਕਬੀਰ ਜੀ ਨੇ ਉਸ ਸਮੇਂ ਇੱਕ ਦੁੱਖ ਭਰੀ ਆਵਾਜ਼ ਦੇ ਵਿੱਚ ਉਹ ਮਾਤਾ ਦਾ ਰੋਣਾ ਪਿੱਟਣਾ ਧਰਤੀ ਪਾੜ ਰਿਹਾ, ਕਾਲਜਾ ਪਾੜਦਾ ਹੈ। ਸਭ ਤੋਂ ਵੱਡਾ ਦੁੱਖ ਹੈ ਪੁੱਤਰਾਂ ਦੇ ਮਰਨ ਦਾ। ਜਦ ਕਹਿਰੋਂ 100 ਭਾਈ ਨਾਸ ਹੋ ਗਿਆ। ਕੁੰਤੀ ਅੰਨਾ ਰਾਜਾ ਯੁਧਿਸ਼ਠਿਰ ਤੇ ਉਹਦੇ ਘਰ ਵਾਲੀ ਜੰਗਲ ਵਿੱਚ ਚਲੇ ਗਏ। ਕ੍ਰਿਸ਼ਨ ਜੀ ਤੇ ਯੁਧਿਸ਼ਠਿਰ ਮਿਲਣ ਵਾਸਤੇ ਗਏ। ਕਹਿਣ ਲੱਗੇ, ਕਿਉਂ ਰਾਜਾ, ਕਿੰਨਾ ਸੌਖਾ? ਤੂੰ ਕਹਿੰਦਾ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਦੇਣੀ ਪਾਂਡਵਾਂ ਨੂੰ, ਹੁਣ ਕਿੱਧਰ ਗਈ ਜਗ੍ਹਾ, ਇੱਥੇ ਜੰਗਲ 'ਚ ਆ ਬੈਠਾ। ਅੰਨਾ ਰਾਜਾ ਪਾਂਡਵਾ ਦਾ ਵੱਡਾ ਭਾਈ ਸੀ, ਬਾਪ ਦਾ ਤਾਇਆ ਲੱਗਦਾ ਸੀ। ਇਹਨਾਂ ਦੇ ਪਿਓ ਨੂੰ ਪਾਂਡੂ ਦਾ ਰੋਗ ਹੋਣ ਕਰਕੇ ਪੰਜੇ ਪਾਂਡਵ ਕਹਾਉਂਦੇ ਹਨ। ਉਸ ਸਮੇਂ ਕ੍ਰਿਸ਼ਨ ਨੂੰ ਕਹਿਣ ਲੱਗਾ, ਅਰਜਨ ਆਪਣਾ, ਅੰਨਾ ਰਾਜਾ ਪੈਰਵਾਂ ਦਾ ਬਾਪ ਹੈ ਭਗਵਾਨ। ਜਦ ਆਦਮੀ ਦੇ ਸਿਰ ਤੇ ਹੰਕਾਰ ਦਾ ਜ਼ੋਰ ਹੁੰਦਾ ਨਾ, ਸਵਾਰੀ ਹੁੰਦੀ ਆ, ਇਹ ਮਨੁੱਖ ਅੱਖਾਂ ਵਾਲਾ ਵੀ ਅੰਨਾ ਹੋ ਜਾਂਦਾ, ਬੁੱਧੀ ਭ੍ਰਿਸ਼ਟ ਹੋ ਜਾਂਦੀ ਆ, ਵਿਚਾਰ ਭੁੱਲ ਜਾਂਦੀ ਆ। ਅੱਜ ਅਸੀਂ ਇੰਨੇ ਦੁਖੀ ਹਾਂ, ਰੱਬ ਤੋਂ ਮੌਤ ਮੰਗਦੇ, ਮੌਤ। ਐ ਪਰਮਾਤਮਾ, ਕਿਹੜਾ ਵੇਲਾ ਮੌਤ ਦੇ ਦੇ, ਸ਼ਾਇਦ ਅਸੀਂ ਸੁਖੀ ਹੋ ਜਾਈਏ। ਜਿਹਦਾ 100 ਪੁੱਤਰ ਮਰ ਜਾਵੇ, ਰਾਜ ਭਾਗ ਲੁੱਟਿਆ ਜਾਵੇ, ਉਹਨੂੰ ਨੀਂਦ ਕਿੱਥੇ? ਸ਼ਲੋਕ ਉਚਾਰਨ ਕੀਤਾ, ਜਰਾ ਕਸ਼ਟੰ ਵਾਸੁਦੇਵ। ਐ ਭਗਵਾਨ ਵੱਡੇ ਪਿਤਾ, ਬਿਰਧ ਅਵਸਥਾ ਦਾ ਬਹੁਤ ਵੱਡਾ ਦੁੱਖ ਹੈ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤੇ ਹੀਨ। ਕਹੋ ਨਾਨਕੇ ਬਿਧ ਪਈ ਤਉ ਨਾ ਰਸ ਲੀਨ। ਬੁੜੇ ਦਾ ਮੰਜਾ ਬਾਹਰਲੇ ਘਰ ਡਾ ਦਿੰਦੇ ਆ। ਨੂੰਹ ਕਹਿੰਦੀ ਛੋਟੇ ਜਿਹੇ ਬੱਚੇ ਨੂੰ, ਜਾ ਬਾਪੂ ਨੂੰ ਪੁੱਛਿਆ ਰੋਟੀ ਵੀ ਨਹੀਂ ਖਾਣੀ, ਭੁੱਖ ਨਹੀਂ ਲੱਗੀ, ਪ੍ਰਸ਼ਾਦਾ ਭੇਜੀਏ। ਅੱਧਾ ਟਾਈਮ ਦਾ ਘੰਟਾ ਰਾਜ ਖੇਡ ਜਾਂਦਾ, ਕਹਿੰਦਾ ਫਿਰ ਯਾਦ ਆਉਂਦਾ ਬਾਬੇ ਨੂੰ ਰੋਟੀ ਪੁੱਛ ਕੇ ਆਉਣੀ ਆ। ਤੇ ਉੱਚੀ ਜਾ ਕੇ ਕੰਨ ਦੇ ਕੋਲੇ ਆਵਾਜ਼ਾਂ ਮਾਰਦਾ, ਬਾਪੂ ਬਾਪੂ। ਮੰਮੀ ਕਹਿੰਦੀ ਭੁੱਖ ਨਹੀਂ ਲੱਗੀ, ਰੋਟੀ ਮੰਗਾ ਦੇ ਭੇਜੀਏ।
ਹੁਣ ਬੋਲ ਤਾਂ ਸਕਦਾ ਨਹੀਂ, ਮੂੰਹ ਦੇ ਵਿੱਚ ਦੰਦ ਨਾਲ ਲਬੜ ਨਿਕਲਦੀ ਆ। ਸਭ ਪਤਾਲ ਕੀ ਬਾਣੀ, ਜਿਵੇਂ ਸੱਤਵੇਂ ਪਤਾਲ ਵਿੱਚੋਂ ਬੋਲਦਾ ਹੁੰਦਾ। ਬੋੜੇ ਦਾ ਹੁੰਦਾ ਸਿਰ ਲੈ ਮਾਰਦਾ ਹੁੰਦਾ। ਬੱਚਾ ਸਮਝਦਾ ਬਾਪੂ ਕਹਿੰਦਾ ਭੁੱਖ ਨਹੀਂ ਖਾਣੀ ਨਹੀਂ, ਆ ਕੇ ਕਹਿੰਦਾ ਬਾਪੂ ਮੰਮੀ ਬਾਪੂ ਤਾਂ ਸਿਰ ਮਾਰਦਾ, ਕਹਿੰਦਾ ਮੈਂ ਨਹੀਂ ਰੋਟੀ ਖਾਣੀ, ਭੁੱਖ ਨਹੀਂ। ਉਹ ਵਿਚਾਰਾ ਤੜਫਦਾ ਭੁੱਖਾ, ਟਾਈਮ 'ਤੇ ਰੋਟੀ ਨਹੀਂ, ਟਾਈਮ 'ਤੇ ਪਾਣੀ ਨਹੀਂ। ਇਹ ਸਭ ਤੋਂ ਵੱਡਾ ਬੁਢਾਪੇ ਦਾ ਦੁੱਖ ਹੈ। ਪਰ ਉਸ ਤੋਂ ਵੱਡਾ ਦੁੱਖ ਕੀ ਆ? ਪੁੱਤਰ ਮਰਨ ਅਤੀ ਘਟਨ। ਸਭ ਤੋਂ ਵੱਡਾ ਕਸ਼ਟ ਦੁਨੀਆ ਦੇ ਵਿੱਚ ਹੈ ਕਿ ਇਹਦਾ ਜਵਾਨ ਪੁੱਤਰ ਮਰ ਜਾਣਾ। ਤਾਂ ਤੇ ਆਓ ਕਸ਼ਟਾਨ ਕਰਨ ਸੰਜੀਵ ਨੇ। ਸਭ ਤੋਂ ਘੱਟਾਂ ਤੋਂ ਘੱਟ ਦੁੱਖ ਉਹ ਹੈ ਜੋ ਗਰੀਬੀ ਦਾ ਜੀਵਨ ਹੈ। ਜੇ ਸਵੇਰੇ ਰੋਟੀ ਪਕਾਉਣ ਨੂੰ ਮਿਲ ਗਈ ਸ਼ਾਮ ਨੂੰ, ਸ਼ਾਮ ਨੂੰ ਮਿਲ ਗਈ ਸਵੇਰ ਨੂੰ, ਤਾਂ ਤੇ ਰੱਬ ਦੀ ਕੁਦਰਤ ਨੂੰ ਕੋਈ ਜਾਣ ਨਹੀਂ ਸਕਦਾ। ਅਰਦਾਸ ਹੀ ਬਣਦੀ ਉਹਦੇ ਸਾਹਮਣੇ। ਹੰਕਾਰ ਨਹੀਂ, ਪਦਾਰਥਾਂ ਦਾ ਕਾਰ ਨਾ ਕਰੋ, ਲੈ ਕੇ ਜੰਮੇ ਨਹੀਂ। ਜਦ ਦੁਨੀਆ 'ਤੇ ਆਏ ਸੀ ਮੁੱਠੀਆਂ ਮਿੱਟੀਆਂ ਹੋਈਆਂ ਸੀ। ਜਦ ਜਾਣਾ ਹੈ ਹੱਥ ਖੁੱਲ੍ਹੇ ਹੋਣੇ ਹਨ। ਸਾਰੀ ਦੁਨੀਆ ਜਿੱਤਣ ਵਾਲਾ ਸਿਕੰਦਰ 32 ਸਾਲ ਦੇ ਵਿੱਚ ਸਾਰੀ ਦੁਨੀਆ ਨੂੰ ਫਤਿਹ ਕਰ ਲਿਆ। ਅਖੀਰ ਇੰਡੀਆ ਸਤਲੁਜ ਤੱਕ ਪਹੁੰਚਿਆ। ਰਾਜੇ ਪੋਤੇ ਨਾਲ ਲੜਾਈ ਹੋਈ, ਹਾਰ ਗਿਆ, ਬੰਨ ਲਿਆ। ਕੀਰਨ ਦਾ ਹੀ ਇਹ ਕਹਿਣ ਲੱਗਾ ਜਿਹੜਾ ਰਾਜਨ ਦਾ ਰਾਜ ਹੁੰਦਾ, ਖੁਸ਼ ਹੋ ਗਿਆ, ਛੱਡ ਕੇ ਚਲ ਗਿਆ ਮੁੜ ਕੇ ਵਾਪਸ। ਜੋਤਸ਼ੀ ਨੂੰ ਪੁੱਛਿਆ ਸੀ ਮੇਰੀ ਮੌਤ ਕਦ ਹੋਣੀ? ਕਹਿਣ ਲੱਗੇ ਸਰਕਾਰ ਜਦ ਤੁਹਾਡੀ ਮੌਤ ਹੋਣੀ ਹੈ ਨਾ, ਸਿਰ 'ਤੇ ਲੋਹੇ ਦਾ ਛਤਰ ਹੋਊਗਾ ਤੁਹਾਡੇ। ਬਿਮਾਰ ਹੋ ਗਿਆ ਜਾਂਦਾ ਜਾਂਦਾ ਰਸਤੇ ਵਿੱਚ। ਗਰਮੀ ਦਾ ਮਹੀਨਾ, ਅਰਬ ਦੇਸ਼ ਅੱਗੋਂ ਤਪਦੇ ਹਨ। ਉਹ ਸਮੇਂ ਸਿਪਾਹੀਆਂ ਨੇ ਸੋਨੇ ਦਾ ਛਤਰ ਢਾਲ ਕਰਤੀ ਮੂੰਹ ਧੁੱਪ ਤੋਂ। ਯਾਦ ਆ ਗਈ ਗੱਲ ਵੀ ਸੋਨੇ ਦਾ ਛਤਰ, ਲੋਹੇ ਦਾ ਛਤਰ ਹੋਊ ਤੇਰੇ ਸਿਰ 'ਤੇ, ਹੁਣ ਮੇਰੀ ਮੌਤ ਆ। ਕਹਿਣ ਲੱਗਾ ਬਚਾਓ, ਇੰਨਾ ਰਾਜ ਜਿੱਤਿਆ, ਇੰਨੀਆਂ ਤਨਖਾਹਾਂ, ਬੜੇ ਬੜੇ ਅਫਸਰ ਬਣਾਏ। ਉਹ ਕਹਿਣ ਲੱਗੇ ਸਰਕਾਰ ਸਾਨੂੰ ਤਾਂ ਆਪਣੀ ਮੌਤ ਦਾ ਪਤਾ ਨਹੀਂ, ਅਸੀਂ ਤੁਹਾਡੀ ਇਹ ਰੱਖਿਆ ਨਹੀਂ ਕਰ ਸਕਦੇ। ਹਾਂ, ਬਾਹਰਲੇ ਦੁਸ਼ਮਣ ਤੋਂ ਲੜਾਈ ਨਾ ਕਰਕੇ ਰੱਖਿਆ ਕਰ ਸਕਦੇ ਹਾਂ, ਪਰ ਡਾਢੇ ਬੇਪਰਵਾਹ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ। ਮੇਰਾ ਮੋੜ ਕਹਿ ਕੇ ਮਾਤਾ ਵਾਜਾਂ ਮਾਰਦੀ, ਤੇਰੇ ਉੱਤੇ ਕਾਲ ਹੱਸਦਾ। ਮੇਰਾ ਮੋੜ ਕਹਿ ਕੇ ਮਾਤਾ ਵਾਜਾਂ ਮਾਰਦੀ, ਤੇਰੇ ਉੱਤੇ ਕਾਲ ਹੱਸਦਾ। ਮੇਰਾ ਮੋਰ ਮੇਰਾ ਕਾਨ, ਮੇਰਾ ਕ੍ਰਿਸ਼ਨ ਮੇਰਾ ਰਾਮ, ਖੁਸ਼ੀ ਦੇ ਵਿੱਚ ਹੋਈ ਆਵਾਜ਼ਾਂ ਮਾਰਦੀ, ਆਇਆ ਮੇਰਾ ਕਾਨ, ਆ ਮੇਰਾ ਚੰਦ, ਆ ਮੇਰਾ ਮੋਰ। ਭਾਸ਼ਣ ਮਾਤਰ ਦੇ ਵਿੱਚ ਮਾਤਾ ਦਾ ਰੋਣਾ ਪਿੱਟਣਾ, ਛਾਤੀ ਪਾਲਦਾ। ਥੋੜ੍ਹੇ ਜਿਹੇ ਬੱਚਿਆਂ ਦਾ ਖਿਆਲ ਰੱਖੋ, ਇਹ ਤਾਂ ਮੇਲਾ ਬਣਾਈ ਬੈਠੇ ਆ। ਇੱਥੇ ਥੋੜ੍ਹਾ ਜਿਹਾ ਖੜਕਾ ਵੀ ਇਹਨਾਂ ਨੂੰ ਪਰੇ ਭਜਾ ਦਿਓ। ਉੱਠੋ ਸਿਆਣੇ ਆਦਮੀ, ਇਹਨਾਂ ਨੂੰ ਪਤਾ ਨਾ ਪਸ਼ੂਆਂ ਵਰਗੇ ਬੈਠਣਾ ਦਾ ਕੀ ਹੈ। ਸਾਡੇ ਛੋਟੇ ਛੋਟੇ ਬੱਚੇ ਮੂਹਰੇ ਹੋ ਕੇ ਬੈਠੇ ਬੋਲਣਗੇ। ਸਭ ਤੋਂ ਸਮਝਣਾ ਹੈ ਆਵਾਜ਼ ਸਾਰੇ ਬੱਚੇ ਸਭ ਯਾਦ ਹੁੰਦੇ ਹਨ। ਇੰਨਾ ਜ਼ੋਰ ਲਾ ਕੇ ਬੋਲਦੇ ਦੁਗਲ ਦੇ ਵਿੱਚ ਗੂੰਜਾਂ ਬੰਨ ਦਿੰਦੇ ਆ, ਪਰ ਇਹ ਤਾਂ ਰੌਲਾ ਪਾਉਣ ਨਹੀਂ ਜਾਣਦੇ, ਕਿਉਂਕਿ ਭੂਤਾਂ ਦਾ ਹਿਸਾਰ ਹਨ। ਪਤਾ ਨਹੀਂ ਵੀ ਸੰਗਤ ਵਿੱਚ ਕਿਵੇਂ ਬੈਠਣਾ ਹੈ,
ਇੱਥੇ ਰੌਲ ਪਾਉਣ ਦਾ ਕੋਈ ਸਿਨੇਮਾ ਘਰ ਤਾਂ ਹੈ ਨਹੀਂ। ਇਹ ਹੈ ਸੱਚਖੰਡ ਦਰਬਾਰ। ਇੱਥੇ ਸੋਤਾਂ ਟਿੱਕੀਆਂ ਹੋਣਗੀਆਂ, ਚਾਹੇ ਬੱਚਾ ਹੈ, ਬਜ਼ੁਰਗ ਹੈ, ਜਿਹਨੂੰ ਵੀ ਰਸ ਆ ਗਿਆ ਉਹੀ ਝੂਮ ਉੱਠਦਾ ਹੈ, ਕਿਉਂਕਿ ਬਾਬੇ ਦੀ ਬਾਣੀ ਸਰੂਰ ਹੈ, ਮਸਤੀ ਹੈ, ਖੁਮਾਰੀ ਹੈ। ਕਬੀਰ ਜੀ ਉਚਾਰਨ ਕੀਤਾ ਸ਼ਬਦ ਉਸ ਸਮੇਂ, ਜਨਨੀ ਜਾਨਤ ਵਟਤ ਵੱਡਾ ਹੋਤ ਹੈ, ਇਤ ਨਾਮ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾੜ ਤਰ ਪੇਖ ਹੀ ਜਮ ਰਾਓ ਹਤੇ। ਮੇਰਾ ਮੋਰ ਕਹਿ ਕੇ ਵਾਜਾਂ ਮਾਰ ਦਿਆ, ਪਰ ਜਮਰਾਜਾ ਹੱਸ ਰਿਹਾ ਵੀ ਮਾਤਾ ਭੋਲੀ ਕਿਵੇਂ ਬੜੇ ਬੜੇ ਦਰਜੇ ਦਿੰਦੀ ਆ, ਕਿਵੇਂ ਤਾਰਾਂ ਦਾ ਨਾਂ ਲੈ ਕੇ ਆਵਾਜ਼ਾਂ ਮਾਰਦੀ, ਪਰ ਸਿਰ ਤੇ ਮੌਤ ਖੜੀ ਹੱਸ ਰਹੀ ਆ ਵੀ ਮੇਰੀ ਮੌਤ ਦਾ ਖਾਜਾ ਹੁਣ ਬਣਨ ਵਾਲਾ ਹੀ ਆ। ਪਰ ਮਾਤਾ ਨੂੰ ਤਾਂ ਇਹ ਖਿਆਲ ਹੀ ਨਾ, ਉਹ ਤਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ। ਤਾਂ ਤੇ ਆਓ ਕੋਈ ਭਰੋਸਾ ਨਹੀਂ ਪਰਮਾਤਮਾ ਦਾ। ਇਨ ਮਾਤਰ ਦੇ ਵਿੱਚ ਬਾਦਸ਼ਾਹ ਕੰਗਾਲ ਤੇ ਕੰਗਾਲਾਂ ਤੋਂ ਬਾਦਸ਼ਾਹ ਬਣ ਜਾਂਦੇ ਹਨ। ਤਾਂ ਤੇ ਆਓ ਸਮਾਂ ਭੱਜਿਆ ਹੀ ਜਾਂਦਾ ਹੈ, ਕਿਹਦਾ ਰੋਕਿਆ ਰੁਕਦਾ ਨਹੀਂ। ਜਿਹੜਾ ਕੁਛ ਬੀਜ ਲਓਗੇ ਜਿਉਂਦਿਆਂ ਜਿਉਂਦਿਆਂ ਉਹੀ ਤੁਹਾਡੇ ਅੱਗੇ ਕੰਮ ਆਉਣਾ ਹੈ। ਜੇ ਬੀਜੋਗੇ ਨਹੀਂ ਤਾਂ ਵੱਢੋਗੇ ਕਿੱਥੋਂ। ਹੁਣ ਵੱਤੇ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ। ਹੁਣ ਸੱਚੇ ਨਾਮ ਦੀ ਵੱਤ ਲੱਗੀ ਆ, ਮਨੁੱਖਾ ਸਰੀਰ ਮਿਲ ਗਿਆ। ਇੱਕ ਵੱਤ ਹੁੰਦੀ, ਇੱਕ ਰੁੱਤ ਹੁੰਦੀ ਹੈ। ਕਲਯੁਗ ਦਾ ਸਮਾਂ ਰੁੱਤ ਹੈ, ਇਹਦੇ ਵਿੱਚ ਨਾਮ ਦੀ ਹੀ ਵਡਿਆਈ ਹੈ, ਹੋਰ ਕਿਸੇ ਕਾਰਨ ਤਾਂ ਹੁੰਦੀ ਨਹੀਂ। ਰੁੱਤ ਮਿਲ ਗਈ ਮਨੁੱਖਾ ਜਨ ਪਰਮਾਤਮਾ ਦੀ ਦਾਤ। ਮਨੁੱਖਾ ਜਨ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ। ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ। ਪਹਿਲੇ ਬੀਜਿਆ ਹੋਇਆ ਜੋ ਸੀ ਉਹ ਤਾਂ ਇਸ ਜਨਮ ਦੇ ਵਿੱਚ ਮਿਲਦਾ, ਜਿਹੜਾ ਹੁਣ ਬੀਜਾਂਗੇ ਉਹ ਅਗਲੇ ਜਨਮ ਦੇ ਵਿੱਚ ਮਿਲਣਾ ਹੈ। ਜੇ ਬੀਜਿਆ ਹੀ ਨਹੀਂ ਤਾਂ ਉਹਨਾਂ ਦੇ ਕਣ ਕਿੱਥੋਂ ਘਰ ਭਰ ਜਾਣਗੇ ਦਾਣਿਆਂ ਦੇ ਨਾਲ। ਜਿਹੜੇ ਬੱਤਰ ਸੰਭਾਲਦੇ ਹਨ, ਖੇਤੀ ਟਾਈਮ 'ਤੇ ਬੀਜਦੇ ਹਨ, ਅਤੇ ਰੁੱਤ ਦੇ ਆਇਆਂ ਬੀਜ ਬੀਜਦੇ ਹਨ। ਅਬ ਕਲੂ ਆਇਓ ਰੇ ਆਏ ਇੱਕ ਨਾਮ ਬੋਵੋ ਬੋਵੋ, ਮਤ ਭਰਮ ਭੂਲੋ ਭੂਲੋ। ਹੈ ਲੋਕੋ ਕਲਯੁਗ ਦਾ ਸਮਾਇਆ, ਨਾਮ ਬੀਜਣ ਦੀ ਰੁੱਤ ਆ ਗਈ ਹੈ। ਅਤੇ ਮਨੁੱਖਾ ਜਨਮ ਦੀ ਵੱਤ ਹੈ, ਇਹਦੇ ਵਿੱਚ ਨਾਮ ਬੀਜਿਆ ਜਾਂਦਾ, ਹੋਰ ਕਿਸੇ ਜੂਨੀ ਦਾ ਅਧਿਕਾਰ ਨਹੀਂ। ਸੰਗਤ ਵਿੱਚ ਆਉਣ ਦਾ, ਨਾਮ ਜਪਣ ਦਾ। ਮਨੁੱਖਾ ਸਰੀਰ ਵਿੱਚ ਹੀ ਸੰਗਤ ਵਿੱਚ ਆ ਕੇ ਲਾਭ ਲੈ ਸਕੀਦਾ ਹੈ। ਨਾਮ ਜਪ ਸਕਦਾ ਹੈ ਤਾਂ ਤੇ ਦਾਨ ਕੱਢਣਾ, ਕਮਾਈ ਵਿੱਚੋਂ ਦਸਵੰਧ ਕੱਢਣਾ, 2.5 ਘੰਟੇ ਭਜਨ ਕਰਨਾ ਸੁਬਾਹ ਸ਼ਾਮ। ਬਾਕੀ ਇੱਥੋਂ ਪੈਰ ਕੋਈ ਸਵਾਸ ਵੇਲਾ ਨਹੀਂ ਜਾਣ ਦੇਣਾ। ਸਮਾਂ ਤਾਂ ਤੁਰਿਆ ਹੀ ਜਾਂਦਾ, ਲਿਹਾਜ਼ ਕਿਸੇ ਨਹੀਂ ਦੱਸਦਾ। ਦਸਵੇਂ ਪਾਤਸ਼ਾਹ ਨੂੰ ਫਰਮਾਉਂਦੇ ਹਨ, ਸਾਸ ਸਾਸ ਹਰ ਨਾਮ ਜਪੋ, ਬਿਰਥਾ ਸਾਸ ਨਾ ਕੋਏ, ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਨਾ ਹੋਏ। ਕੀ ਪਤਾ ਅੰਤ ਤਾਂ ਇਹੀ ਸਵਾਸ ਨਾਲ ਜਿਹੜਾ ਆਪਾਂ ਲੈ ਰਹੇ ਹਾਂ। 10 ਉਂਗਲਾਂ ਸਵਾਸ ਮੁਖ ਤੋਂ ਬਾਹਰ ਜਾਂਦਾ ਹੈ, ਹੁਕਦਾ ਬੰਨਿਆ ਮੁੜ ਕੇ ਅੰਦਰ ਆਉਂਦਾ ਹੈ। ਪਤਾ ਨਹੀਂ ਮੁੜ ਕੇ ਬਾਹਰ ਗਿਆ ਅੰਦਰ ਆਵੇ ਜਾਂ ਨਾ ਆਵੇ। ਗੱਠ ਖੁੱਲ੍ਹ ਜਾਂਦੀ ਹੈ, ਖੁੱਲ੍ਹੀ ਗੰਠ ਲਿਖਿਆ ਆਇਆ। ਜਦੋਂ ਲਿਖਿਆ ਆਉਂਦਾ ਗੱਠ ਖੁੱਲ੍ਹ ਜਾਂਦੀ ਹੈ, ਉਸੇ ਸਮੇਂ ਜਮਾਨ ਦੂਤ ਮਾਰਦੇ ਕੁੱਟਦੇ ਫੜ ਕੇ ਲੈ ਜਾਂਦੇ ਹਨ। ਔਰ ਜਿਹੜਾ ਹੁਣ ਹੱਥੀਂ ਬੀਜ ਲਓ, ਹੱਥੀਂ ਦਈਏ, ਹੱਥੀਂ ਲਈਏ, ਹੱਥੀਂ ਬੰਨੀਏ ਪੱਲੇ। ਐਸਾ ਕੋਈ ਨਾ ਜਨਮਿਓ ਜੋ ਮੋਹਿਆਂ ਪਿੱਛੇ ਇਕੱਲੇ। ਹੱਥਾਂ ਨਾਲ ਬੀਜਾਂਗੇ, ਹੱਥਾਂ ਨਾਲ ਲਾਵਾਂ ਖਾਵਾਂਗੇ। ਐਸਾ ਕੋਈ ਜਿਹੜਾ ਮਰਿਆਂ ਤੋਂ ਪਿੱਛੋਂ ਮਰੇ ਤੋਂ ਬਾਅਦ ਇਕੱਲੇ। ਦੁਨੀ ਚੰਦ ਲਾਹੌਰ ਦਾ ਬਹੁਤ ਵੱਡਾ ਸੇਠ, ਸਖਤ ਜਿਉਂਦੇ ਮਕਾਨ 'ਤੇ ਚੱਲਦੀਆਂ ਵੀ 7 ਲੱਖ ਰੁਪਈਆ ਜਮ੍ਹਾਂ ਇਹਦੇ ਕੋਲ। ਇਹ ਨਿਸ਼ਾਨੀਆਂ ਹੁੰਦੀਆਂ। ਪਿਤਾ ਸ਼ਰਾਬ ਸੀ, ਬਹੁਤ ਸੰਗਤਾਂ ਆਉਂਦੀਆਂ ਸਤਸੰਗ ਸੁਣਨ ਵਾਸਤੇ।
ਦੁਕਾਨਾਂ ਸਵਸਤ ਹੀ ਬੰਦ ਕਰ ਦਿੰਦੇ। ਦੁਨੀ ਚੰਦ ਵੀ ਇੱਕ ਬਹੁਤ ਵੱਡਾ ਸੇਠ ਸੀ, ਵੱਡੀ ਫਰਮ ਦਾ ਮਾਲਕ। ਲਾਹੌਰ ਵਿੱਚ ਵੱਡਾ ਸਭ ਤੋਂ ਨਾਮੀ ਸੇਠ ਸੀ। ਉਹਦੇ ਬਾਪ ਦਾ ਸ਼ਰਾਬ ਸੀ। ਪੁੱਛਿਆ ਵੀ ਕਿੱਥੇ ਜਾਂਦੇ? ਤੁਸੀਂ ਦੁਕਾਨਾਂ ਸਵਾਸਤੇ ਬੰਦ ਕਰਕੇ। ਨਾਲ ਦੇ ਆਂਢ ਗੁਆਂਢ ਨੂੰ ਕਹਿੰਦੇ ਬਾਹਰ ਗੁਰੂ ਨਾਨਕ ਸਾਹਿਬ ਆਇਆ ਹੈ ਜੀ, ਦਰਸ਼ਨ ਕੀਤੇ, ਕੀਰਤਨ ਸੁਣਦਿਆਂ ਮਨ ਠੰਡਾ ਠਾਰ। ਆ ਦੁਨੀਆ ਭੁੱਲ ਜਾਂਦੀ ਜਦੋਂ ਕੀਰਤਨ ਕਰਦਾ ਹੈ। ਜਦ ਸ਼ਬਦ ਪੜ੍ਹਦਾ ਹੈ ਤੇ ਕਾਲਜ ਦੇ ਵਿੱਚ ਤੀਰ ਵਾਂਗੂ ਵੱਜਦਾ ਹੈ, ਮੌਤ ਯਾਦ ਕਰਾ ਦਿੰਦਾ ਹੈ। ਕਹਿਣ ਲੱਗਾ ਮੇਰੇ ਬਾਪ ਦਾ ਸ਼ਰਾਧ ਹੈ, ਕੀ ਆ ਸਕਦੇ? ਕਹਿਣ ਲੱਗੇ ਬੇਨਤੀ ਕਰ ਲਾ। ਉਹ ਵੀ ਚਲੇ ਗਿਆ, ਬੇਨਤੀ ਕੀਤੀ, ਮਹਾਰਾਜ ਚਲੋ ਮੇਰੇ ਗਰੀਬ ਦੇ ਘਰ ਵਿੱਚ ਚਰਨ ਪਾਓ, ਕਰ ਪਵਿੱਤਰ ਕਰੋ। ਪਹਿਲੇ ਤਾਂ ਮਹਾਰਾਜ ਮੰਨੇ ਹੀ ਨਾ। 2-3 ਵਾਰ ਉਹਨੇ ਬੇਨਤੀ ਅਰਦਾਸ ਖੜੇ ਹੋ ਕੇ ਗਲ ਵਿੱਚ ਪੱਲਾ ਪਾ ਕੀਤੀ, ਸੱਚੇ ਪਾਤਸ਼ਾਹ ਮਿਹਰ ਕਰੋ, ਦਇਆ ਕਰੋ, ਮੇਰੇ ਗਰੀਬ ਦੀ ਝੁੱਗੀ ਵਿੱਚ ਚਰਨ ਪਾਓ। ਜਦ ਸੋਝੀ ਆਉਂਦੀ ਨਾ, ਮੈਂ ਤਾਂ ਬਹੁਤ ਵੱਡੇ ਪੱਕੇ 9 ਮੰਜ਼ਲੀ ਹਵੇਲੀ, ਪਰ ਗਰੀਬ ਦੀ ਛਪਰੀ ਵਿੱਚ ਚਰਨ ਪਾ ਕੇ ਪਵਿੱਤਰ ਕਰਦੇ ਚਰਨ। ਜਦ ਵਾਰ-ਵਾਰ ਬੇਨਤੀਆਂ ਕੀਤੀਆਂ ਨਿਮਰਤਾ ਦੇ ਨਾਲ, ਕਹਿਣ ਲਈ ਚੰਗਾ ਭਾਈ ਅਸੀਂ ਸਵੇਰੇ ਆਵਾਂਗੇ। ਸਵੇਰੇ ਬਾਪ ਦਾ ਸ਼ਰਾਧ ਘਰ ਦੇ ਵਿੱਚ ਬ੍ਰਾਹਮਣ ਤੇ ਸਾਧੂਆਂ ਨੇ ਬਹੁਤ ਪਤਲਾਂ ਦੋਨੇ ਪੱਤਿਆਂ ਦੇ ਬਣਾਉਂਦੇ ਹਨ। ਹਾਕੁੰਬਾਂ ਤੇ ਵੀ ਉਹੀ ਵਰਤਦੇ ਆ। ਤੇ ਉਹ ਬ੍ਰਾਹਮਣ ਤੇ ਸਾਧੂ ਛੱਕ ਕੇ ਚਲੇ ਗਏ। ਪਤਲਾਂ ਬਾਹਰ ਸੁੱਟੀਆਂ ਜਾ ਰਹੀਆਂ। ਕਹਿੰਦੇ ਧਨੀ ਚੰਦ ਆਈ ਨਾ ਇਕੱਠ ਵਰਤੇ, ਆ ਪਤਲਾਂ ਇੰਨੀ ਇਕੱਠੀਆਂ ਕਾਹਦੇ? ਕਹਿਣ ਲੱਗਾ ਮਹਾਰਾਜ ਪਿਤਾ ਸ਼ਰਾਧ ਸੀ। ਕਹਿਣ ਲੱਗੇ ਕੀ ਪਹੁੰਚ ਗਿਆ ਤੇਰੇ ਬਾਪ ਨੂੰ? ਕਹਿਣ ਲੱਗਾ ਜੀ ਪੰਡਤ ਕਹਿੰਦੇ ਪਹੁੰਚ ਗਿਆ, ਸ਼ਰਾਧ ਕੀਤਾ ਹੋਇਆ। ਮਹਾਰਾਜ ਕਹਿਣ ਲੱਗੇ ਕਿਉਂ ਭੁੱਲ ਚ ਪਿਆ ਹੋਇਆ? ਇੱਕ ਤਾਂ ਚੁਬਾਰੇ ਵਿੱਚ ਬੈਠਾ ਹੈ, ਹੇਠਲੀ ਛੱਤ ਵਿੱਚ। ਜੇ ਉਹਦੇ ਨਾਂ ਤੇ ਹੇਠਲੀ ਛੱਤ ਵਾਲਾ ਰੋਟੀ ਖਾ ਕੇ ਕਹੇ ਵੀ ਉਤਲਾ ਰਾਜਿਓ ਰੱਜ ਸਕਦਾ ਹੈ? ਪਿੱਤਰ ਪਤਾ ਨਹੀਂ ਕਿੱਥੇ ਆ। ਬਾਪ ਤੇਰਾ ਬਘਿਆੜ ਬਣਿਆ ਫਿਰਦਾ ਫਲਾਣੇ ਝੜੇ ਦੇ ਵਿੱਚ, ਤੇ ਜਾ ਡਰੀ ਨਾ, ਰੋਟੀ ਲੈ ਕੇ ਜਾ, ਭੁੱਖਾ 7 ਦਿਨ ਦਾ। ਤੇ ਦਰਸ਼ਨ ਕਰਕੇ ਉਹਨੇ ਮਨੁੱਖਾ ਸੀ ਧਾਰਨ ਕਰ ਲੈਣਾ। ਤਪ ਤਾਂ ਬਹੁਤ ਕੀਤਾ ਉਹਨੇ, ਭਜਨ ਕੀਤਾ, ਸੰਤਾਂ ਦੀ ਸੇਵਾ, ਪਰ ਮਰਨ ਵੇਲੇ ਸੁਰਤ ਮੀਟ ਵਿੱਚ ਰਹਿ ਗਈ। ਰਹਿਦਾ ਸੀ ਗੁਆਂਢ ਵਿੱਚ। ਜੂਨੀ ਬਘਿਆੜ ਦੀ ਮਿਲ ਗਈ ਮਾਲ ਖਾਣ ਦੀ। ਡਰੀ ਨਾ, ਘਬਰਾਵੀ ਨਾ। ਇਹ ਤੈਨੂੰ ਸਾਰਾ ਪ੍ਰਸੰਗ ਦੱਸੋ ਵੀ ਕਿਵੇਂ ਜੂਨੀ ਮਿਲੀ। ਇਸੇ ਤਰ੍ਹਾਂ ਹੀ ਹੋਇਆ। ਫਿਰ ਉਹਨੂੰ ਗਿਆਨ ਹੋ ਗਿਆ। ਉਹ ਇਹ ਤਾਂ ਕੁਛ ਵੀ ਨਹੀਂ ਜਾਣਾ। ਨਾਲ ਮਗਰੋਂ ਅਸੀਂ ਸ਼ਰਾਧ ਕਰਾਉਣਾ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ। ਪਿੱਤਰ ਵੀ ਬੱਕਰੇ ਕਹੋ ਕਿਉਂ ਪਕਾਵੇ, ਕਊਆ ਕੁੱਕਰ ਖਾਹੀ। ਕਾਵਾਂ ਨੂੰ ਕੁੱਤਿਆਂ ਨੂੰ ਪਾਉਂਦੇ, ਕਹਿੰਦੇ ਪਿੱਤਰ ਇਹਨਾਂ ਵਿੱਚ ਆ ਜਾਂਦੇ ਸਰਦ ਦਿਨਾਂ ਵਿੱਚ। ਪਰ ਰਾਜੇ ਕਰਨ ਦੀ ਜਦ ਮੌਤ ਹੋਈ, 1.25 ਮਹੀਨਾ 1.25 ਮਣ ਸੋਨਾ ਰੋਜ਼ ਦਾ ਦਾਨ ਕਰਕੇ ਰੋਟੀ ਖਾਂਦਾ ਪਰਨ ਸੀ। ਜਦ ਰਾਜਾ ਕਰਨ ਸ਼ਹੀਦ ਹੋ ਗਿਆ, ਅਰਜਨ ਦੇ ਬਾਣ ਵੱਜੇ। ਕ੍ਰਿਸ਼ਨ ਜੀ ਕਹਿਣ ਲੱਗੇ ਅਰਜਨ ਅੱਜ ਦਾਨ ਦਾ ਸੂਰਜ ਛਿਪ ਗਿਆ। ਕਹਿਣ ਲੱਗੇ ਮਹਾਰਾਜ ਮੇਰੇ ਨਾਲ ਵੀ ਕੋਈ ਵੱਡਾ ਦਾਨੀ ਆ। ਕਹਿਣ ਲੱਗੇ ਵੀ ਪਰਖ ਤੇ ਪਤਾ ਲੱਗੀਦਾ ਹੈ। ਉਦੋਂ ਅਜੇ ਕਰਨ ਜਿਉਂਦਾ ਸੀ ਤੇ ਕ੍ਰਿਸ਼ਨ ਜੀ ਕਹਿੰਦੇ ਹੁੰਦੇ ਸੀ ਇਹ ਦਾਨ ਦਾ ਸੂਰਜ ਆ ਕਰਨ ਰਾਜਾ। 1.25 ਮਣ ਸੋਨਾ ਰੋਜ਼ ਦਾਨ ਕਰਕੇ ਰੋਟੀ ਖਾਂਦਾ। ਜਦ ਪ੍ਰਲੋਕ ਨੂੰ ਗਿਆ, ਉੱਥੇ ਖਾਣ ਨੂੰ ਸੋਨਾ ਹੀ ਮਿਲਿਆ। ਕਹਿੰਦਾ ਪ੍ਰਸ਼ਾਦਾ ਭੁੱਖ ਲੱਗੀ ਹੈ, ਸੋਨਾ ਕੀ ਕਰਾਂ? ਕਹਿਣ ਲੱਗੇ ਸੋਨਾ ਹੀ ਦਾਨ ਕੀਤਾ, ਰੋਟੀ ਨਹੀਂ ਦਾਨ ਕੀਤੀ, ਅੰਦਰ ਦਾਨ ਨਹੀਂ ਕੀਤਾ। ਲੈਣੇ ਕੋ ਹਰਨਾਮ ਹੈ, ਦੇਣੇ ਕੋ ਅਨਦਾਨ, ਕਰਨੇ ਕੋ ਨਿਰਮਾਨਤਾ, ਡੂਬਣ ਕੋ ਮਾਨ। ਮਹਾਤਮਾ ਤੁਲਸੀਦਾਸ ਜੀ ਕਥਨ ਕਰਦੇ ਹਨ। ਤਾਂ ਤੇ ਆਹ ਸਾਧ ਸੰਗਤ ਹੱਥੀਂ ਕਰ ਲਓ ਜਿਹੜਾ ਕੁਛ ਕੀਤਾ ਜਾਂਦਾ।
ਮਰਿਆਂ ਤੋਂ ਹੀ ਲੱਖ ਪਾਠ ਕਰਾ ਲਓ, ਕਿਸੇ ਲੇਖੇ ਵਿੱਚ ਨਹੀਂ। ਜਿਉਂਦੇ ਜਿਉਂਦੇ ਬੀਜ ਲੋਕ ਇਹੋ ਹੀ ਤੁਹਾਡੇ ਕੰਮ ਆਉਣਾ ਹੈ ਕਿ ਪਰਲੋਕ ਦੇ ਵਿੱਚ ਇਸੇ ਨਾਲ ਜਾਣਾ ਹੈ। ਬਾਅਦ ਵਿੱਚ ਤੁਸੀਂ ਲੱਖ ਪਾਠ ਕਰਾਈਓ, ਲੱਖ ਦਾਨ ਕਰੇ, ਸਾਰ ਕਰੇ ਜਾਓ, ਪਰ ਉਹ ਬੁੜਾ ਪਤਾ ਨਹੀਂ ਕਿਹੜੀਆਂ ਜੂਨੀਆਂ ਵਿੱਚ ਭਟਕਦਾ ਫਿਰਦਾ ਹੋਊਗਾ। ਤਾਂ ਤੇ ਜਿਉਂਦਿਆਂ ਜਿਉਂਦਿਆਂ ਬਜ਼ੁਰਗਾਂ ਦੀ ਸੇਵਾ ਕਰੋ। ਜਿਉਂਦਿਆਂ ਕੀਤੀ ਸੇਵਾ ਸਫਲੀ ਹੈ। ਮਰ ਤੋਂ ਬਾਅਦ ਸ਼ਰਾਧ ਕਰਾਉਂਦੇ ਨੱਕ ਰੱਖਣ ਵਾਸਤੇ। ਗਦੌੜੇ ਫਿਰਦੇ ਅੱਗੇ ਪਿੰਡਾਂ ਵਿੱਚ, ਸਾਰੇ ਪਿੰਡ ਵਿੱਚ ਰੋਟੀ ਦਿੰਦੇ, ਕਣ ਦੇ ਬਣਾ ਕੇ ਬੜੇ ਭੰਡਾਰੇ ਕਰਦੇ, ਪਰ ਬਾਅਦ ਵਿੱਚ ਕੁਛ ਨਹੀਂ ਮਿਲਦਾ। ਜਿੰਨਾ ਮਰਜ਼ੀ ਪਾ ਲਓ ਰੌਲਾ, ਜਿੰਨਾ ਜੋਗ ਮਰਜ਼ੀ ਕਰ ਲਓ। ਜਿਉਂਦੇ ਜੀ ਬਜ਼ੁਰਗਾਂ ਦੀ ਸੇਵਾ ਕਰੋ, ਕਿਸੇ ਲੇਖੇ ਵਿੱਚ ਹੈ। ਪਰੰਤੂ ਸਮਾਂ ਤਾਂ ਤੁਰਿਆ ਹੀ ਜਾ ਰਿਹਾ ਹੈ, ਇਹ ਤਾਂ ਨਹੀਂ ਕਰਦਾ ਕਿਸੇ ਦੀ ਲਿਹਾਜ਼। ਇਹਨੂੰ ਸਫਲਿਆਂ ਕੀਤਾ ਜਾ ਸਕਦਾ ਹੈ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਸਕਾਈ ਕੰਨੀ। ਕਿਵੇਂ ਨਾ ਸਕੀ ਰੋ ਕਟਕ ਜੋ ਪਾਈ ਭੰਨੀ, ਤਿੱਖੇ ਆਪਣੇ ਵੇ ਗਿਆ ਸਭ ਬੰਨੇ ਬੰਨੀ। ਉਹ ਅਜੇ ਸੰਭਾਲੇ ਸਮੇਂ ਨੂੰ, ਕਰ ਸਫਲ ਪੜੰਦਾ ਜਾਣਦਾ। ਇਹ ਠਹਿਰ ਜਾਗ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਕੱਲ ਦਾ ਦਿਨ ਸੀ ਉਹ ਲੰਘ ਗਿਆ, ਅੱਜ ਦਾ ਲੰਘ ਜਾਣਾ ਹੈ। ਉਹੀ ਸਮਾਂ ਲੇਖੇ ਵਿੱਚ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ। ਇੱਕ ਦਿਨ ਮੈਂਡੇ ਸਤਿਗੁਰ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ, ਭਾਗ ਸਾਡੇ ਲਿਖੇ ਫਕੀਰੀ ਸੋ ਮਸਤਕ ਭਰ ਲਿੱਤੀ। ਪਿਛਲਾ ਜਨਮ ਅਕਾਸ ਹੋਇਆ, ਹਰ ਕੀ ਭਗਤ ਨ ਕੀਤੀ। ਅੱਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ। ਪਿੱਛੇ ਲੰਘੀ ਪਰ ਉਹਦਾ ਸਮਾਂ ਸੰਭਾਲੋ ਜਿਹੜਾ ਸਾਡੇ ਹੱਥ ਵਿੱਚ ਆ। ਪਿੱਛਾ ਲੰਘ ਗਿਆ, ਦੂਰ ਚੱਲ ਗਿਆ, ਹੁਣ ਤਾਂ ਅੱਗੇ ਨੇੜਾ ਆਇਆ, ਪਿੱਛਾ ਰਹਿਆ ਦੂਰ। ਵੇਖ ਸੁਈਦਾ ਜੋਤੀਆ, ਦਾੜੀ ਹੋਈ ਭੂਰ, ਚਿੱਟੀ ਦਾੜੀ ਕੇਸ ਹੋ ਜਾਂਦੇ ਆ। ਕਲਫਾਂ ਲਾਲਾ ਕਾਲੀਆਂ ਕਰਦੇ ਆ ਬੁੜੀਆਂ, ਕੇਸ ਚਿੱਟੇ ਹੁੰਦੇ ਆ, ਉਹਨਾਂ ਰੰਗਾ ਲੈਂਦੀਆਂ। ਬੁੜੀਆਂ ਜਵਾਨ ਬਣਨਾ ਚਾਹੁੰਦੀਆਂ, ਪਰ ਜਦੋਂ ਫਿਰ ਲੈਂਦੀ ਆ ਇਹੋ ਜਿਹਾ ਬੁਰਾ ਲੱਗਦਾ ਚਿੱਟੀ ਦਾੜੀ, ਤੇ ਦੇਖਣ ਨੂੰ ਜੀਅ ਨਹੀਂ ਕਰਦਾ। ਇਹੋ ਜਿਹੀ ਹਾਲਤ ਹੁੰਦੀ ਆ। ਤੇ ਦਾੜੀਆਂ ਲਾ ਕੇ ਤੁਸੀਂ ਜਵਾਨ ਨਹੀਂ ਹੋਣਾ। ਪਾਣੀ ਕਹਿੰਦੇ ਜੇ ਤਗੜਾ ਨਾ ਆਪਣੇ ਆਪ ਨੂੰ ਬਲੀ ਕਹਾਉਣਾ, ਮੌਤ ਨੂੰ ਰੋਕ ਕੇ ਦੇਖ। ਜੇ ਜਰਵਾਣਾ ਪਰ ਹਰੇ ਹੁੰਦੀ ਹੈ। ਜੇ ਤੂੰ ਜਵਾਨ ਆ, ਤਾਕਤ ਵਾਲਾ, ਰਾਜ ਭਾਗ ਦਾ ਮਾਲਕ ਹਾਂ, ਤਾਂ ਤੂੰ ਬੁਢਾਪੇ ਨੂੰ ਤਾਂ ਰੋਕ ਲਾ, ਮੌਤ ਨੂੰ ਰੋਕ ਲਾ, ਫੇਰ ਤੇਰੀ ਜਵਾਨੀ ਦਾ ਬਲ ਦਾ ਪਤਾ ਲੱਗੂ। ਪਰ ਮੌਤ ਨੂੰ ਕੋਈ ਨਹੀਂ ਰੋਕਦਾ। ਦਿਨੋਂ ਦਿਨ ਸਰੀਰ ਬਦਲਦਾ ਜਾਂਦਾ ਹੈ। ਬੱਚੇ ਤੋਂ ਵੱਡਾ, ਅਧ ਕਿਸ਼ੋਰ, ਜਵਾਨ ਅਵਸਥਾ, ਅਧਖੜ ਅਵਸਥਾ, ਤੇ ਬਿਰਧ ਅਵਸਥਾ। ਅੱਗੇ ਮੌਤ ਇਸ ਤੋਂ ਅੱਗੇ ਕੋਈ ਚੀਜ਼ ਹੀ ਨਹੀਂ। ਅਤੇ ਹੁਣ ਸਮਾਂ ਹੈ, ਜਿਹੜਾ ਸਮਾਂ ਹੱਥ ਲੱਗ ਗਿਆ ਇਸ ਨੂੰ ਸੰਵਾਰ ਲਓ। ਲੁੱਟ ਲੁੱਟ ਲੈ ਮਨਾਂ ਜੇ ਲੁੱਟੀ ਜਾਂਦੀ, ਲੁੱਟ ਪਈ ਰਾਮ ਨਾਮ ਦੀ। ਲੁੱਟ ਲੈ ਮਨਾਂ ਜੇ ਲੁੱਟੀ ਜਾਂਦੀ, ਲੁੱਟ ਪਈ ਰਾਮ ਨਾਮ ਦੀ। ਰਾਮ ਨਾਮ ਦੀ ਲੁੱਟ ਪਈ ਹੋਈ ਆ। ਹਿੰਮਤਾ ਜੀ ਦੀ ਲੁੱਟ ਲੁੱਟ ਲਓ, ਨਹੀਂ ਤਾਂ ਖਾਲੀ ਹੱਥ ਚੜ੍ਹ ਕੇ ਜਾਣਾ ਪੈਣਾ ਹੈ। ਹੁਣ ਸਮਾਂ ਜਾ ਸਿੰਘ ਦਾ ਅਰਦਾਸ ਹੁਕਮਨਾਮੇ ਤੋਂ ਬਾਅਦ ਤੁਹਾਡਾ ਜੋ ਅੱਜ ਦਾ ਸਤਸੰਗ ਸੀ ਇੱਥੇ ਸਮਾਪਤ ਹੋ ਜਾਣਾ, ਤੇ ਕੱਲ੍ਹ ਦਾ ਦਿਨ ਵਿਹਲਾ ਹੈ।
ਪਰਸੋਂ ਨੂੰ ਰਮੇਸ਼ਪੁਰ ਦੇ ਵਿੱਚ ਸੰਗਤ ਨੇ ਥੋੜ੍ਹਾ ਜਿਹਾ ਟਾਈਮ ਮੰਗਿਆ ਸੀ ਤੇ ਉੱਥੇ ਕੱਲ੍ਹ ਦਾ ਦੀਵਾਨ ਸਜੂਗਾ। ਹਿੰਮਤ ਵਾਲੇ ਪ੍ਰੇਮੀ ਪਹੁੰਚ ਕੇ ਉੱਥੇ ਵੀ ਲਾਭ ਲੈ ਸਕਦੇ ਹਨ, ਕਿਉਂਕਿ ਅੱਜ ਕੱਲ੍ਹ ਸਾਧਨ ਬਹੁਤ ਆ, ਬੱਸਾਂ ਮਿੰਟ ਮਿੰਟ ਬਾਅਦ ਚੱਲਦੀਆਂ ਹਨ, ਘਰ ਦੀਆਂ ਗੱਡੀਆਂ, ਕਾਰਾਂ, ਜੀਪਾਂ, ਮੋਟਰਸਾਈਕਲ, ਸਕੂਟਰ ਆਦਿ ਹਨ। ਕੋਈ ਖਿਆਲ ਨਹੀਂ। ਉੱਥੇ ਦੇ ਪ੍ਰੇਮੀ ਬੜੇ ਬੜੇ ਸ਼ਰਾਬੀ ਸੀ, ਤੁਹਾਨੂੰ ਦਿਖਾਵਾਂਗੇ। ਸਾਰਾ ਦਿਨ ਸ਼ਰਾਬ ਨਾਲ ਜਦੋਂ ਨਿਕਲਦੀ ਹੈ ਨਾ, ਸਣੇ ਅੰਦਰਾਂ ਕੱਢ ਲੈਂਦੇ ਹਨ। ਗੁਰਬਾਣੀ ਤਾਂ ਅਣਿਆਲੇ ਤੀਰ ਹਨ, ਹਰ ਪ੍ਰੇਮ ਬਾਣੀ ਮਨ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ, ਅਣਿਆਲੇ ਤੀਰ ਆ ਗੁਰਬਾਣੀ ਜੀ ਦੇ ਵੱਜ ਗਏ। ਚੋੜ ਸਹੇਲੀ ਸੇਲ ਕੀ ਲਾਗਤ ਲੈ ਸਾਥ, ਚੋੜ ਸਾਰੇ ਸਬਦ ਕੀ ਤਾਸ ਗੁਰੂ ਮੈਂ ਦਾਸ। ਵਰਸ਼ੇ ਦੀ ਮਾਰੋ ਚੋਟ, ਅਗਲਾ ਮਰ ਜਾਂਦਾ ਉਦੋਂ ਹੀ, ਪਰ ਸਭ ਦੀ ਚੋਟ ਸਾਰਨੀ ਬੜੀ ਮੁਸ਼ਕਿਲ ਹੈ, ਨਾ ਮਰਿਆ ਚ ਨਾ ਜਿਉਂਦਿਆਂ ਚ। ਦਿਨ ਰਾਤ ਰੋਈ ਜਾਂਦਾ ਵਿਛੋੜ ਦੇ ਵਿੱਚ ਵੀ ਕਦ ਰੱਬ ਦਾ ਮੇਲਾ ਹੋਇਆ, ਕਦ ਪਰਮਾਤਮਾ ਦੇ ਦਰਸ਼ਨ ਹੋਣ। ਐਸੀ ਹਾਲਤ ਹੋ ਜਾਂਦੀ ਹੈ। ਤਾਂ ਤੇ ਆਓ ਜਿਨ੍ਹਾਂ ਨੂੰ ਲੱਗਦੀਆਂ ਪਤਾ, ਉਹਨਾਂ ਨੂੰ ਲੱਗਦਾ ਹੈ ਗੁਰੂ ਨਾਨਕ ਸਾਹਿਬ ਤਨ। ਗੁਰੂ ਅੰਗਦ ਸਾਹਿਬ ਜੀ ਤਨ। ਜੀ ਤਨ ਹੈ ਗੁਰੂ ਅਮਰਦਾਸ ਜੀ ਤਨ। ਤਨ ਗੁਰੂ ਰਾਮਦਾਸ ਜੀ ਤਨ। ਤਨ ਗੁਰੂ ਅਰਜਨ ਸਾਹਿਬ ਤਨ। ਜੀ ਤਨ ਗੁਰੂ ਹਰਗੋਬਿੰਦ ਸਾਹਿਬ ਤਨ। ਗੁਰੂ ਅਰਜਨ ਰਾਮਦਾਸ, ਗੁਰੂ ਸ੍ਰੀ ਹਰਿ ਜੀ ਤਨ। ਜੀ ਤਨ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਤਨ।